3 ਦਾ ਯੂਨਿਟ 8 ਐਂਡ 9 ਕਰਾਂਗੇ। ਅੱਜ ਦਾ ਸਾਡਾ ਟੌਪਿਕ ਹੈ ਥਿਊਰੀ ਆਫ ਪ੍ਰੋਡਕਸ਼ਨ। ਤਾਂ ਥਿਊਰੀ ਆਫ ਪ੍ਰੋਡਕਸ਼ਨਸ ਦੇ ਵਿੱਚ ਅਸੀਂ ਦੇਖਾਂਗੇ ਕਿ ਜਿਹੜਾ ਪ੍ਰੋਡਕਸ਼ਨ ਫੰਕਸ਼ਨ ਹੈ ਉਹ ਕੀ ਹੈ, ਤੇ ਪ੍ਰੋਡਕਸ਼ਨ ਫੰਕਸ਼ਨ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਆਪਣਾ ਪ੍ਰੋਡਿਊਸਰ ਤੇ ਫਰਮ ਹੈ ਜਿਹੜਾ ਮੈਕਸਿਮਮ ਪ੍ਰੋਫਿਟ ਗੇਨ ਕਰ ਸਕਦਾ ਹੈ, ਕਿਸ ਤਰ੍ਹਾਂ ਉਹ ਆਪਣੇ ਜਿਹੜੇ ਰਿਸੋਰਸਿਸ ਨੇ ਉਹਨਾਂ ਦਾ ਐਫੀਸ਼ੀਐਂਟਲੀ ਯੂਜ਼ ਕਰੇਗਾ, ਫੁੱਲੀ ਯੂਟਿਲਾਈਜੇਸ਼ਨ ਕਰੇਗਾ ਤਾਂ ਜੋ ਉਹਦੀ ਆਊਟਪੁੱਟ ਹੈ ਇਨਪੁਟਸ ਦੇ ਯੂਜ਼ ਤੋਂ ਬਾਅਦ ਜ਼ਿਆਦਾ ਤੋਂ ਜ਼ਿਆਦਾ ਹੋਵੇ। ਤਾਂ ਇਹਦੇ ਨਾਲ ਰਿਲੇਟਡ ਜਿਹੜੇ ਸਾਡੇ ਲਾਜ਼ ਨੇ ਆਪਾਂ ਉਹ ਦੇਖਾਂਗੇ। ਐਂਡ ਉਸ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਵਾਟ ਇਜ਼ ਪ੍ਰੋਡਕਸ਼ਨ ਫੰਕਸ਼ਨ, ਕਿ ਥਿਊਰੀ ਆਫ ਪ੍ਰੋਡਕਸ਼ਨਸ ਦੇ ਵਿੱਚ ਆਪਾਂ ਕੀ ਦੇਖਦੇ ਕਿ ਥਿਊਰੀ ਆਫ ਪ੍ਰੋਡਕਸ਼ਨ ਸਾਡੇ ਲਈ ਕਿਉਂ ਜ਼ਰੂਰੀ ਹੈ। ਕਹਿੰਦੇ ਜਿਹੜਾ ਕਿਉਂਕਿ ਆਪਣਾ ਫਰਮ ਹੈ ਜਾਂ ਫਿਰ ਆਪਣਾ ਜੋ ਪ੍ਰੋਡਿਊਸਰਸ ਹੈ ਉਹ ਕੀ ਕਰਦਾ ਹੈ, ਉਹਦੇ ਲਈ ਕਈ ਕੁਐਸਚਨਸ ਰਾਈਜ਼ ਹੁੰਦੇ ਨੇ ਕਿ ਕਿਸ ਤਰ੍ਹਾਂ ਉਹ ਜਿਹੜਾ ਆਪਣਾ ਹੈ ਪ੍ਰੋਫਿਟ ਮੈਕਸਿਮਾਈਜੇਸ਼ਨ ਕਰ ਸਕੇ, ਵੱਧ ਤੋਂ ਵੱਧ ਜਿਹੜਾ ਬੈਨੀਫਿਟ ਹੈ ਉਹ ਲੈ ਸਕੇ। ਤਾਂ ਉਹਦੇ ਲਈ ਕਈ ਕੁਐਸਚਨਸ ਰਾਈਜ਼ ਹੁੰਦੇ ਨੇ, ਜਿਵੇਂ ਕਿ ਫਰਸਟ ਕੁਐਸਚਨ ਉਹਦੇ ਲਈ ਰਾਈਜ਼ ਹੁੰਦਾ ਕਿ ਕਿਹੜੀ ਚੀਜ਼ ਨੂੰ ਪ੍ਰੋਡਿਊਸ ਕੀਤਾ ਜਾਵੇ, ਠੀਕ ਹੈ। ਐਂਡ ਸੈਕੰਡ ਕੁਐਸਚਨਸ ਹਾਊ ਵੁੱਡ ਬੀ ਪ੍ਰੋਡਿਊਸ, ਵੀ ਕਿੱਦਾਂ ਪ੍ਰੋਡਿਊਸ ਕਰਨਾ ਚਾਹੀਦਾ ਹੈ। ਐਂਡ ਥਰਡ ਕੁਐਸਚਨਸ ਕੀ ਹੁੰਦਾ ਹੈ ਕਿ ਕਿੰਨੀ ਕੁਆਂਟੀਟੀ ਪ੍ਰੋਡਿਊਸ ਹੋਣੀ ਚਾਹੀਦੀ ਹੈ, ਐਂਡ ਉਹਦਾ ਪ੍ਰਾਈਸਿਸ ਕੀ ਹੋਣਾ ਚਾਹੀਦਾ ਹੈ, ਠੀਕ ਹੈ। ਐਂਡ ਕਿਸ ਕਲਾਸ ਦੇ ਲਈ ਪ੍ਰੋਡਿਊਸ ਕੀਤਾ ਜਾਣਾ ਚਾਹੀਦਾ ਹੈ, ਤੇ ਇਹਦੀ ਜਿਹੜੀ ਕਾਸਟ ਆਪਣੀ ਰਿਸੋਰਸਿਸ ਤੇ ਆ ਰਹੀ ਹੈ, ਜਦੋਂ ਉਹ ਕਾਸਟ ਪੇ ਕਰਦਾ ਹੈ ਤਾਂ ਉਹਨੂੰ ਕੰਪੇਅਰ ਕਰਦਾ ਹੈ ਪ੍ਰਾਈਸ ਦੇ ਨਾਲ, ਰੈਵਨਿਊ ਦੇ ਨਾਲ, ਕਿ ਉਹਦੀ ਟੋਟਲ ਪ੍ਰੋਡਕਸ਼ਨ ਤੇ ਕਾਸਟ ਕਿੰਨੀ ਆ ਰਹੀ ਹੈ ਤੇ ਉਹਦੇ ਥਰੂ ਉਹਨੂੰ ਰੈਵਨਿਊ ਕਿੰਨਾ ਹੋਏਗਾ। ਤਾਂ ਇਸ ਦੇ ਅਕੋਰਡਿੰਗ ਹੀ ਉਹ ਕੀ ਕਰਦਾ, ਆਪਣੀ ਜਿਹੜੀ ਪ੍ਰੋਡਕਸ਼ਨ ਹੈ ਉਹਨੂੰ ਜਾਰੀ ਰੱਖਦਾ ਹੈ। ਤਾਂ ਪ੍ਰੋਡਕਸ਼ਨ ਫੰਕਸ਼ਨਸ ਕੀ ਹੁੰਦਾ, ਆਪਾਂ ਨੇ ਜਿਵੇਂ ਕਿ ਦੇਖਿਆ ਸੀਗਾ ਪ੍ਰੋਡਕਸ਼ਨ ਫੰਕਸ਼ਨ ਸਾਨੂੰ ਕੀ ਦੱਸਦਾ ਹੈ, ਪ੍ਰੋਫੈਸਰ ਫਰਗੂਸਨ ਦੀ ਡੈਫੀਨੇਸ਼ਨ ਸੀਗੀ, ਉਤਪਾਦਨ ਦੇ ਸਿਧਾਂਤ ਦਾ ਸੰਬੰਧ ਉਸ ਵਿਸ਼ਲੇਸ਼ਣ ਨਾਲ ਹੈ ਜਿਸ ਦੀ ਸਹਾਇਤਾ ਨਾਲ ਉਤਪਾਦਕ ਇੱਕ ਨਿਸ਼ਚਿਤ ਉਤਪਾਦਨ ਤਕਨੀਕ ਦੇ ਆਧਾਰ ਤੇ ਵੱਖਰੇ ਸਾਧਨਾਂ ਦਾ ਕੁਸ਼ਲਤਾਪੂਰਵਕ ਇਸ ਤਰ੍ਹਾਂ ਸੰਯੋਗ ਕਰਦਾ ਹੈ ਜਿਸ ਨਾਲ ਇੱਕ ਨਿਊਨਤਮ ਲਾਗਤ ਤੇ ਨਿਸ਼ਚਿਤ ਮਾਤਰਾ ਵਿੱਚ ਉਤਪਾਦਨ ਕੀਤਾ ਜਾ ਸਕਦਾ ਹੈ। ਕਹਿੰਦੇ ਕਿ ਆ ਉਤਪਾਦਨ ਜਿਹੜਾ ਹੈ ਸਿਧਾਂਤ ਮੀਨਸ ਜਿਹੜਾ ਪ੍ਰੋਡਕਸ਼ਨ ਫੰਕਸ਼ਨ ਹੈ ਇਹ ਸਾਨੂੰ ਦੱਸਦਾ ਹੈ ਰਿਲੇਸ਼ਨਸ਼ਿਪ ਬਿਟਵੀਨ ਦਾ ਇਨਪੁਟਸ ਐਂਡ ਆਊਟਪੁੱਟ, ਕਿ ਆਪਾਂ ਨੇ ਇਨਪੁਟਸ ਨੂੰ ਕਿੱਦਾਂ ਯੂਜ਼ ਕਰਦੇ ਆ ਤੇ ਜਿਹਦੇ ਥਰੂ ਜਿਹੜੀ ਸਾਡੀ ਆਊਟਪੁੱਟ ਆ ਉਹ ਮੈਕਸਿਮਮ ਹੋਵੇ। ਤੇ ਇਹਦੇ ਵਿੱਚ ਕੀ ਹੈ, ਕਹਿੰਦੇ ਪ੍ਰੋਡਕਸ਼ਨ ਫੰਕਸ਼ਨ ਦੇ ਵਿੱਚ ਕੀ ਆ ਜਿਹੜੇ ਉਤਪਾਦਨ ਦੇ ਸਿਧਾਂਤ ਨੇ ਥਿਊਰੀ ਆਫ ਪ੍ਰੋਡਕਸ਼ਨਸ ਦੇ ਵਿੱਚ ਦੋ ਜਿਹੜੇ ਹੈ ਮੇਨ ਕਨਸੈਪਟ ਨੇ। ਫਰਸਟ ਇਜ਼ ਦਾ ਪ੍ਰੋਡਕਸ਼ਨ ਫੰਕਸ਼ਨ, ਵੀ ਪ੍ਰੋਡਕਸ਼ਨ ਫੰਕਸ਼ਨ ਕੀ ਹੈ, ਐਂਡ ਸੈਕੰਡ ਇਜ਼ ਦਾ ਲਾ ਆਫ ਰਿਟਰਨ। ਤਾਂ ਸਭ ਤੋਂ ਪਹਿਲਾਂ ਦੇਖੋ ਪ੍ਰੋਡਕਸ਼ਨ ਫੰਕਸ਼ਨ। ਤਾਂ ਪ੍ਰੋਡਕਸ਼ਨ ਫੰਕਸ਼ਨ ਕੀ ਹੈ, ਕਹਿੰਦੇ ਪ੍ਰੋਡਕਸ਼ਨ ਫੰਕਸ਼ਨ ਰੈਫਰਸ ਟੂ ਦਾ ਟੈਕਨੀਕਲ ਰਿਲੇਸ਼ਨਸ਼ਿਪ ਬਿਟਵੀਨ ਦਾ ਕੁਆਂਟੀਟੀ ਆਫ ਆਊਟਪੁੱਟ and the factor of production means input necessity to produce it। ਕਹਿੰਦੇ ਪ੍ਰੋਡਕਸ਼ਨ ਫੰਕਸ਼ਨ ਸਾਨੂੰ ਦੱਸਦਾ ਹੈ ਰਿਲੇਸ਼ਨਸ਼ਿਪ ਬਿਟਵੀਨ ਦਾ ਆਊਟਪੁੱਟ ਐਂਡ ਇਨਪੁਟਸ, ਜੋ ਆਪਾਂ ਇਨਪੁਟਸ ਯੂਜ਼ ਕਰਦੇ ਆ ਪ੍ਰੋਡਕਸ਼ਨ ਨੂੰ ਕਰਨ ਦੇ ਲਈ। ਜਿਵੇਂ ਕਿ 4 ਫੈਕਟਰ ਆਫ ਪ੍ਰੋਡਕਸ਼ਨ ਹੁੰਦੇ ਨੇ, ਲੈਂਡ, ਲੇਬਰ, ਕੈਪੀਟਲ ਐਂਡ ਐਂਟਰਪ੍ਰੀਨਿਓਰਸ। ਤਾਂ ਕੋਈ ਵੀ ਜਦੋਂ ਆਪਣੀ ਫਰਮ ਜਾਂ ਆਪਣੀ ਜੋ ਹੈ ਇੰਡਸਟਰੀ ਗੁੱਡਸ ਦੀ ਪ੍ਰੋਡਕਸ਼ਨ ਕਰਦੀ ਹੈ ਤਾਂ ਮੋਸਟਲੀ ਐਂਟਰਪ੍ਰੀਨਿਓਰ ਤਾਂ ਉਹ ਖੁਦ ਹੁੰਦਾ ਹੈ, ਜਿਹੜੇ 3 ਫੈਕਟਰ ਆਫ ਪ੍ਰੋਡਕਸ਼ਨਸ ਨੇ ਲਾਈਕ ਲੇਬਰ, कैपिटल एंड जो है अपनी लैंड, इनू यूज किया जाता है। तो इस दे थ्रू ही जी अपनी प्रोडक्शन है वो की जा सकती है। तो टाइप्स ऑफ प्रोडक्शन फंक्शन कहते जी प्रोडक्शन फंक्शन दी टाइप्स ने, कहते वो 3 टाइप्स ने। फर्स्ट इज प्रोडक्शन फंक्शन इनवॉल्विंग चेंज इन प्रपोर्शन। सानू जो प्रोडक्शन फंक्शन वो दसदा है कि इनपुट्स दे विच किस प्रपोर्शन दे विच चेंज किया जाए, जिवें कि चेंज इन सिंगल वेरीएबल फैक्टर, कि सिंगल वेरीएबल फैक्टर दे विच चेंज करके आप अपनी प्रोडक्शन इंक्रीज कर सकते हैं इन अ शॉर्ट रन। है सेकंड है प्रोडक्शन फंक्शन इन्वॉल्विंग चेंज इन स्केल, चेंज इन द ऑल फैक्टर्स in the same proportion and change in 2 or more than inputs which are substitutions। ਜਾਂ ਫਿਰ 2 ਜਿਹੜੇ ਵੇਰੀਏਬਲਸ ਫੈਕਟਰਸ ਨੇ ਆਪਾਂ ਉਹਨਾਂ ਨੂੰ ਯੂਜ਼ ਕਰਕੇ ਆਪਣੀ ਜਿਹੜੀ ਆਊਟਪੁੱਟ ਆ ਉਹਨੂੰ ਇਨਕਰੀਜ਼ ਕਰ ਸਕਦੇ ਹਾਂ। ਤਾਂ ਇਸ ਦੇ ਥਰੂ ਪ੍ਰੋਡਕਸ਼ਨ ਫੰਕਸ਼ਨ ਕਹਿ ਸਕਦੇ ਆਪਾਂ, ਜਿਵੇਂ ਕਿ ਜਿਹੜੀ ਪ੍ਰੋਡਕਸ਼ਨ ਉਹ ਕਿਸ ਚੀਜ਼ ਦਾ ਫੰਕਸ਼ਨ ਹੈ, ਪ੍ਰੋਡਕਸ਼ਨ ਇਜ਼ ਦਾ ਆਊਟਪੁੱਟ ਮੀਨਸ ਇਨਕਮ ਇਜ਼ ਇਕੁਅਲ ਟੂ ਫੰਕਸ਼ਨ ਆਫ ਲੈਂਡ, ਲੇਬਰ ਐਂਡ ਕੈਪੀਟਲਸ। ਤਾਂ ਆਪਾਂ ਇਸ ਦੇ ਲਈ ਪ੍ਰੋਡਕਸ਼ਨ ਫੰਕਸ਼ਨ ਦੇ ਵਿੱਚ ਫੈਕਟਰ ਆਫ ਪ੍ਰੋਡਕਸ਼ਨਸ ਨੂੰ ਜਾਣਨਾ ਜ਼ਰੂਰੀ ਹੈ। ਫੈਕਟਰ ਆਫ ਪ੍ਰੋਡਕਸ਼ਨਸ ਜਿਵੇਂ ਕਿ ਲੇਬਰ, ਲੇਬਰ ਨੂੰ ਆਪਾਂ ਵੇਜਸ ਦਿੰਦੇ ਆ, ਲੈਂਡ ਦੇ ਬਦਲੇ ਆਪਾਂ ਰੈਂਟ ਦਿੰਦੇ ਆ, ਐਂਡ ਕੈਪੀਟਲ ਦੇ ਬਦਲੇ ਆਪਾਂ ਕੀ ਦਿੰਦੇ ਆ, ਇੰਟਰਸਟ ਦਿੰਦੇ ਆ। ਐਂਡ ਕਹਿੰਦੇ ਜਿਹੜੇ ਆਪਣੇ ਫੈਕਟਰ ਆਫ ਪ੍ਰੋਡਕਸ਼ਨਸ ਨੇ, ਜਿਹੜੇ ਉਹਦੇ ਵਿੱਚ ਜਿਹੜੇ ਫੈਕਟਰਸ ਯੂਜ਼ ਕੀਤੇ ਜਾਂਦੇ ਨੇ ਉਹ ਕੀ ਹੁੰਦੇ ਨੇ, 2 ਟਾਈਪਸ ਦੇ ਹੁੰਦੇ ਨੇ, ਫਿਕਸ ਫੈਕਟਰ ਹੁੰਦੇ ਨੇ ਤੇ ਵੇਰੀਏਬਲ ਫੈਕਟਰ ਹੁੰਦੇ ਨੇ।
ਫਿਕਸ ਫੈਕਟਰ ਹੁੰਦੇ ਨੇ ਜਿਹੜੇ ਉਹ ਫਿਕਸ ਰਹਿੰਦੇ ਨੇ, ਜਿਨ੍ਹਾਂ ਦੀ ਆਪਾਂ ਕੁਆਂਟੀਟੀ ਇੰਕਰੀਜ਼ ਨਹੀਂ ਕਰ ਸਕਦੇ ਇਨ ਅ ਸ਼ਾਰਟ ਰਨ, ਸ਼ਾਰਟ ਟਾਈਮ ਪੀਰੀਅਡ ਦੇ ਵਿੱਚ। ਜਿਵੇਂ ਕਿ ਲੈਂਡ ਆ, ਲੈਂਡ ਤੇ ਜਿਹੜੀ ਆਪਣੀ ਮਸ਼ੀਨਰੀ ਆ ਉਹ ਕੀ ਰਹੇਗੀ, ਮੋਸਟਲੀ ਫਿਕਸ ਰਹੇਗੀ, ਕਿਉਂਕਿ ਇੱਕ ਦੋ ਦਿਨਾਂ ਦੇ ਵਿੱਚ ਆਪਾਂ ਲੈਂਡ ਦਾ ਸਾਈਜ਼ ਵੀ ਨਹੀਂ ਇੰਕਰੀਜ਼ ਕਰ ਸਕਦੇ, ਬਿਲਡਿੰਗ ਦਾ ਸਾਈਜ਼ ਵੀ ਇੰਕਰੀਜ਼ ਨਹੀਂ ਕਰ ਸਕਦੇ, ਸਕਿਲਡ ਲੇਬਰ ਵੀ ਲੈ ਕੇ ਨਹੀਂ ਆ ਸਕਦੇ, ਮੈਨੇਜਮੈਂਟ ਵੀ ਚੇਂਜ ਨਹੀਂ ਕਰ ਸਕਦੇ। ਐਂਡ ਦੂਸਰਾ ਹੈ ਵੇਰੀਏਬਲ ਫੈਕਟਰ। ਵੇਰੀਏਬਲ ਫੈਕਟਰਸ ਉਹ ਇਨਪੁਟਸ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਈਜ਼ੀਲੀ ਚੇਂਜ ਕਰ ਸਕਦੇ ਹਾਂ, ਜਿਨ੍ਹਾਂ ਦੀ ਕੁਆਂਟੀਟੀ ਈਜ਼ੀਲੀ ਆਪਾਂ ਇੰਕਰੀਜ਼ ਕਰ ਸਕਦੇ ਹਾਂ, ਜਿਵੇਂ ਕਿ ਆਪਣੀ ਲੇਬਰ ਹੋਗੀ, ਰॉ ਮਟੀਰੀਅਲ ਹੋਗਾ, ਇਹਨਾਂ ਦੀ ਕੁਆਂਟੀਟੀ ਇੰਕਰੀਜ਼ ਕਰਕੇ ਆਪਾਂ ਆਪਣੀ ਆਊਟਪੁੱਟ ਨੂੰ ਇਨਕਰੀਜ਼ ਕਰ ਸਕਦੇ ਹਾਂ। ਤਾਂ ਕਹਿੰਦੇ ਜਿਹੜੀ ਇਹ ਪ੍ਰੋਡਕਸ਼ਨ ਫੰਕਸ਼ਨ ਆ ਇਹ 2 ਟਾਈਮ ਪੀਰੀਅਡਸ ਦੇ ਵਿੱਚ ਆਪਣੀ ਪ੍ਰੋਡਕਸ਼ਨ ਨੂੰ ਦਿਖਾਉਂਦਾ ਹੈ, ਸ਼ਾਰਟ ਰਨ ਐਂਡ ਲੌਂਗ ਰਨ। ਤੇ ਸ਼ਾਰਟ ਰਨ ਦੇ ਵਿੱਚ ਕੀ ਹੁੰਦਾ ਹੈ, ਜਿਹੜੇ ਸਾਰੇ ਫੈਕਟਰ ਆਫ ਪ੍ਰੋਡਕਸ਼ਨਸ ਹੁੰਦੇ ਨੇ ਉਹ ਵੇਰੀਏਬਲ ਨਹੀਂ ਹੁੰਦੇ, ਆਪਾਂ ਉਹਨਾਂ ਨੂੰ ਚੇਂਜ ਨਹੀਂ ਕਰ ਸਕਦੇ। ਅਗਰ ਸ਼ਾਰਟ ਰਨ ਦੇ ਵਿੱਚ ਆਪਾਂ ਨੇ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨਾ ਹੈ ਤਾਂ ਸਿਰਫ ਆਪਾਂ ਜਿਹੜੇ ਵੇਰੀਏਬਲਸ ਫੈਕਟਰ ਨੇ ਜਿਵੇਂ ਕਿ ਲੇਬਰ ਅਤੇ ਆਪਣੀ ਜੋ ਰॉ ਮਟੀਰੀਅਲ ਹੈ ਉਸ ਨੂੰ ਚੇਂਜ ਕਰਕੇ ਆਪਣੀ ਜਿਹੜੀ ਆਊਟਪੁੱਟ ਆ ਉਹਨੂੰ ਇਨਕਰੀਜ਼ ਕਰ ਸਕਦੇ ਆ। ਲੇਕਿਨ ਲੌਂਗ ਪੀਰੀਅਡ ਦੇ ਵਿੱਚ ਕਹਿੰਦੇ ਆਪਾਂ ਕੀ ਕਰ ਸਕਦੇ ਹਾਂ, ਜਿਹੜੇ ਸਾਰੇ ਆਲ ਫੈਕਟਰਸ ਆਫ ਪ੍ਰੋਡਕਸ਼ਨਸ ਨੇ ਉਹਨਾਂ ਨੂੰ ਇਨਕਰੀਜ਼ ਕਰਕੇ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰ ਸਕਦੇ ਹਾਂ। ਅੱਜ ਆਪਾਂ ਨੇ 8th ਤੇ 9th ਯੂਨਿਟ ਦੇ ਵਿੱਚ ਕੀ ਦੇਖਣਾ ਹੈ, 8th ਯੂਨਿਟ ਦੇ ਵਿੱਚ ਆਪਾਂ 2 ਵੇਰੀਏਬਲਸ ਫੈਕਟਰਸ ਦੇਖਾਂਗੇ। ਫਸਟਲੀ ਆਪਾਂ ਲਾ ਆਫ ਰਿਟਰਨ ਦੀ ਗੱਲ ਕਰ ਲੈਂਦੇ ਹਾਂ। ਚਲੋ ਆਪਾਂ ਇਹਦੇ ਵਿੱਚ ਤੁਹਾਨੂੰ ਮੈਂ 3 ਟਾਈਪਸ ਆਫ ਫੈਕਟਰਸ ਦੱਸੀਆਂ, 1 ਸਿੰਗਲ ਫੈਕਟਰ ਦੇ ਵਿੱਚ ਚੇਂਜ ਐਂਡ 2 ਵੇਰੀਏਬਲਸ ਦੇ ਵਿੱਚ ਚੇਂਜ ਐਂਡ ਫਿਰ ਉਸ ਤੋਂ ਬਾਅਦ ਆਲ ਵੇਰੀਏਬਲਸ ਦੇ ਵਿੱਚ ਚੇਂਜ। ਤਾਂ ਫਰਸਟਲੀ ਕਹਿੰਦੇ ਆਪਾਂ ਜਿਹੜੀ ਪ੍ਰੋਡਕਸ਼ਨ ਹੈ, ਪ੍ਰੋਡਕਸ਼ਨਸ ਨੂੰ ਕਹਿੰਦੇ ਕਿੱਦਾਂ ਚੇਂਜ ਕਰ ਸਕਦੇ ਹਾਂ, ਇਹਨਾਂ 1 ਵੇਰੀਏਬਲ ਫੈਕਟਰਸ ਦੇ ਵਿੱਚ। ਜਦੋਂ ਕਹਿੰਦੇ ਆਪਾਂ ਕੀ ਕਰ ਸਕਦੇ ਹਾਂ ਸ਼ਾਰਟ ਰਨ ਦੇ ਵਿੱਚ, ਜਦ ਆਪਣੀ ਸਿੰਗਲ ਮੰਨ ਲਓ ਬਾਕੀ ਸਾਰੇ ਫੈਕਟਰਸ ਆਫ ਪ੍ਰੋਡਕਸ਼ਨਸ ਕੀ ਨੇ, ਕਾਂਸਟੈਂਟ ਹੈ, ਓਨਲੀ 1 ਜਿਹੜਾ ਫੈਕਟਰ ਹੈ ਉਹ ਵੇਰੀਏਬਲ ਹੈ। ਫॉर ਐਗਜ਼ਾਮਪਲ ਲੇਬਰ ਵੇਰੀਏਬਲ, ਲੇਬਰ ਦੀ ਕੁਆਂਟੀਟੀ ਆਪਾਂ ਇਨਕਰੀਜ਼ ਕਰ ਸਕਦੇ ਹਾਂ ਸ਼ਾਰਟ ਰਨ ਦੇ ਵਿੱਚ, ਠੀਕ ਹੈ। ਬਾਕੀ ਸਾਰੇ ਫਿਕਸ ਫੈਕਟਰਸ ਨੇ, ਤਾਂ ਇਹਨੂੰ ਕੀ ਬੋਲਦੇ ਆਪਾਂ, ਪ੍ਰੋਡਕਸ਼ਨ ਫੰਕਸ਼ਨ ਇਨਵੋਲਵਿੰਗ ਚੇਂਜ ਇਨ ਪ੍ਰਪੋਰਸ਼ਨ। ਕਿਸ ਦੇ ਵਿੱਚ ਚੇਂਜ ਕਰਨਾ, ਲੇਬਰ ਦੇ ਵਿੱਚ ਚੇਂਜ ਕਰਨਾ, ਅਦਰ ਫੈਕਟਰਸ ਕਾਂਸਟੈਂਟ। ਕਹਿੰਦੇ ਚੇਂਜ ਇਨ ਅ ਸਿੰਗਲ ਵੇਰੀਏਬਲ ਫੈਕਟਰ, ਕਹਿੰਦੇ ਇਸ ਦੇ ਵਿੱਚ ਆਪਾਂ ਸਿੰਗਲ ਵੇਰੀਏਬਲ ਫੈਕਟਰਸ ਦੇ ਵਿੱਚ ਚੇਂਜ ਕਰਦੇ ਹੁੰਦੇ ਆ। ਇਹਦੇ ਵਿੱਚ ਲਾ ਆਫ ਵੇਰੀਏਬਲ ਪ੍ਰਪੋਰਸ਼ਨ ਆ ਜਿਹੜਾ ਤੇ ਲਾ ਆਫ ਰਿਟਰਨ ਟੂ ਅ ਫੈਕਟਰ ਹੈ ਜਿਹੜਾ ਉਹ ਅਪਲਾਈ ਹੁੰਦਾ ਹੈ ਸ਼ਾਰਟ ਰਨ ਦੇ ਵਿੱਚ। ਐਂਡ ਉਸ ਤੋਂ ਬਾਅਦ ਹੈ ਆਪਣਾ ਇਹਦੇ ਵਿੱਚ ਕੀ ਹੁੰਦਾ, ਲਾਈਨਰ ਹੋਮੋਜੀਨੀਅਸ ਆਫ ਦਾ ਫਰਸਟ ਡਿਗਰੀ, ਆਊਟਪੁੱਟ ਚੇਂजेस ਇਨ ਦਾ ਸੇਮ ਪ੍ਰਪੋਰਸ਼ਨਸ ਐਜ਼ ਦਾ ਚੇਂਜ ਇਨ ਦਾ ਇਨਪੁਟਸ ਐਕਸਪ੍ਰੈਸ ਕਾਂਸਟੈਂਟ ਰਿਟਰਨ ਟੂ ਸਕੇਲ। ਜਿਵੇਂ ਆਪਣੇ ਇਨਪੁਟ ਚੇਂਜ ਹੁੰਦੇ ਨੇ ਆਪਣੀ ਆਊਟਪੁੱਟ ਵੀ ਚੇਂਜ ਹੋਏਗੀ। ਐਂਡ ਸੈਕੰਡ ਕੀ ਆ, ਪ੍ਰੋਡਕਸ਼ਨ ਫੰਕਸ਼ਨ ਇਨਵੋਲਵਿੰਗ ਚੇਂਜ ਇਨ ਪ੍ਰਪੋਰਸ਼ਨ ਔਰ ਸਕੇਲ। ਕਹਿੰਦੇ ਪ੍ਰੋਡਕਸ਼ਨ ਫੰਕਸ਼ਨਸ ਦੇ ਵਿੱਚ ਕਹਿੰਦੇ ਕੀ ਕਰਨਾ, ਚੇਂਜ ਇਨ ਪ੍ਰਪੋਰਸ਼ਨ ਤੇ ਸਕੇਲ ਦੇ ਵਿੱਚ ਚੇਂਜ ਕਰਨਾ। ਕਹਿੰਦੇ ਇਹਦੇ ਵਿੱਚ ਕੀ ਹੁੰਦਾ ਹੈ, ਚੇਂਜ ਇਨ 2 ਐਂਡ ਮੋਰ ਇਨਪੁਟਸ ਵਿਚ ਆਰ ਸਬਸਟੀਟਿਊਸ਼ਨਸ। ਕਹਿੰਦੇ ਕੀ ਆ, ਆਪਾਂ ਹੁਣ ਸ਼ਾਰਟ ਰਨ ਦੇ ਵਿੱਚ ਕੀ ਕਰ ਸਕਦੇ ਹਾਂ, ਇੱਕ ਤੋਂ ਜ਼ਿਆਦਾ ਜਿਹੜੇ ਵੇਰੀਏਬਲਸ ਫੈਕਟਰਸ ਨੇ 2 ਐਂਡ ਮੋਰ ਦੈਨ 2 ਫੈਕਟਰਸ ਦੇ ਵਿੱਚ ਚੇਂਜ ਕਰਕੇ ਵੀ ਆਪਣੀ ਜਿਹੜੀ ਆਊਟਪੁੱਟ ਉਹਨੂੰ ਇਨਕਰੀਜ਼ ਕਰ ਸਕਦੇ ਹਾਂ। ਮੰਨ ਲਓ ਲੈਂਡ ਇਜ਼ ਅ ਫਿਕਸ ਫੈਕਟਰ ਐਂਡ ਜਿਹੜੀ ਲੇਬਰ ਤੇ ਰॉ ਮਟੀਰੀਅਲ ਜਾਂ ਆਪਣਾ ਕੈਪੀਟਲ ਹੈ, ਦਿਸ ਇਜ਼ ਅ ਵੇਰੀਏਬਲ ਫੈਕਟਰ। ਤਦ ਕਹਿੰਦੇ ਆਪਾਂ ਲੇਬਰ ਤੇ ਕੈਪੀਟਲ ਦੋਨਾਂ ਦੀ ਕੁਆਂਟੀਟੀਜ਼ ਨੂੰ ਇਨਕਰੀਜ਼ ਕਰਕੇ ਵੀ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰ ਸਕਦੇ ਹਾਂ। ਕਹਿੰਦੇ ਜਦੋਂ 2 ਵੇਰੀਏਬਲਸ ਦੇ ਵਿੱਚ ਚੇਂਜ ਆਉਂਦਾ, 2 ਵੇਰੀਏਬਲਸ ਨੂੰ ਆਪਾਂ ਇਨਕਰੀਜ਼ ਕਰਦੇ ਹਾਂ ਫॉर ਦਾ ਇਨਕਰੀਜ਼ ਇਨ ਪ੍ਰੋਡਕਸ਼ਨ, ਤਦ ਕਹਿੰਦੇ ਆਪਾਂ ਕੀ ਯੂਜ਼ ਕਰਦੇ ਹਾਂ, ਆਈਸੋਕੈਂਟਸ ਯੂਜ਼ ਕਰਦੇ ਆ। ਕਹਿੰਦੇ ਐਕਸਪਲੇਨਸ ਵਿਦ ਦਾ ਹੈਲਪ ਆਫ ਆਈਸੋਕੈਂਟਸ। ਕਹਿੰਦੇ ਆਈਸੋਕੈਂਟਸ ਦੀ ਹੈਲਪ ਦੇ ਨਾਲ 2 ਵੇਰੀਏਬਲਸ ਫੈਕਟਰਸ ਥਿਊਰੀ ਜਿਹੜੀ ਉਹਨੂੰ ਐਕਸਪਲੇਨ ਕੀਤਾ ਜਾਂਦਾ ਹੈ। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਇਨਪੁਟਸ ਯੂਜ਼ਡ ਇਨ ਫਿਕਸ ਪ੍ਰਪੋਰਸ਼ਨਸ। ਕਹਿੰਦੇ ਜਿਹੜੇ ਇਨਪੁਟਸ ਯੂਜ਼ ਕੀਤੇ ਜਾਂਦੇ ਨੇ ਉਹ ਸਾਰੇ ਫਿਕਸ ਪ੍ਰਪੋਰਸ਼ਨ ਦੇ ਵਿੱਚ ਯੂਜ਼ ਕੀਤੇ ਜਾਂਦੇ ਨੇ, ਤਾਂ ਆਊਟਪੁੱਟ ਵੀ ਕੀ ਹੁੰਦੀ ਹੈ, ਸੇਮ ਹੁੰਦੀ ਹੈ। ਸੈਕੰਡ, ਇਨਪੁਟ ਯੂਜ਼ਡ ਇਨ ਵੇਰੀਏਬਲ ਪ੍ਰਪੋਰਸ਼ਨ, ਜੇ ਵੇਰੀਏਬਲ ਪ੍ਰਪੋਰਸ਼ਨ ਦੇ ਵਿੱਚ ਵੀ ਇਨਪੁਟਸ ਯੂਜ਼ ਕੀਤੇ ਜਾਂਦੇ ਨੇ ਉਹਦੇ ਵਿੱਚ ਵੀ ਆਊਟਪੁੱਟ ਆਪਣੀ ਕੀ ਹੁੰਦੀ ਹੈ, ਸੇਮ ਹੁੰਦੀ ਹੈ। ਐਂਡ ਥਰਡ ਇਜ਼ ਅ ਪ੍ਰੋਡਕਸ਼ਨ ਫੰਕਸ਼ਨ ਇਨਵੋਲਵਿੰਗ ਚੇਂਜ ਇਨ ਸਕੇਲ। ਕਹਿੰਦੇ ਇਹਦੇ ਵਿੱਚ ਕੀ ਹੁੰਦਾ, ਚੇਂਜ ਇਨ ਸਕੇਲ ਦੇ ਵਿੱਚ ਚੇਂਜ ਇਨ ਆਲ ਫੈਕਟਰਸ ਇਨ ਦਾ ਸੇਮ ਪ੍ਰਪੋਰਸ਼ਨਸ। ਆਪਾਂ ਸਾਰੇ ਫੈਕਟਰਸ ਦੇ ਵਿੱਚ ਕੀ ਹੈ, ਸੇਮ ਪ੍ਰਪੋਰਸ਼ਨ ਦੇ ਵਿੱਚ ਚੇਂਜ ਕਰਦੇ ਹਾਂ। ਇਹਦੇ ਵਿੱਚ ਲਾ ਆਫ ਰਿਟਰਨਸ ਕਹਿੰਦੇ ਅਪਲਾਈ ਹੁੰਦਾ ਹੈ, ਰਿਟਰਨ ਟੂ ਅ ਸਕੇਲ। ਆਲਵੇਸ ਲੌਂਗ ਰਨ ਦੇ ਵਿੱਚ ਕਹਿੰਦੇ ਐਨਾਲਾਈਸਿਸ ਹੁੰਦਾ ਹੈ। ਕਹਿੰਦੇ ਨॉन ਲਾਈਨਰ ਔਰ ਨॉन ਹੋਮੋਜੀਨੀਅਸ ਪ੍ਰੋਡਕਸ਼ਨ ਫੰਕਸ਼ਨ ਹੁੰਦਾ ਜਿਹੜਾ ਇਹਦੇ ਵਿੱਚ ਉਹ ਕੀਤਾ ਜਾਂਦਾ ਹੈ। ਤਾਂ ਦਿਸ ਇਜ਼ ਦਾ 3 ਪ੍ਰੋਡਕਸ਼ਨ ਥਿਊਰੀਜ਼ ਜੋ ਆਪਾਂ ਦੇਖਦੇ ਹਾਂ, 3 ਮੈਥਡਸ ਨੇ ਆਪਣੇ ਸ਼ਾਰਟ ਰਨ ਤੇ ਲੌਂਗ ਰਨ ਦੇ ਵਿੱਚ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨ ਦੇ। ਆਪਾਂ ਨੇ ਕੀ ਦੇਖਦਾ, ਹੁਣ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਜਿਹੜਾ ਹੈਗਾ ਸੀਗਾ 1 ਵੇਰੀਏਬਲ ਦੇ ਵਿੱਚ ਚੇਂਜ ਨੂੰ ਲਾ ਆਫ ਰਿਟਰਨ ਟੂ ਅ ਫੈਕਟਰ ਬੋਲਦੇ ਆ। ਲਾ ਆਫ ਵੇਰੀਏਬਲ ਪ੍ਰਪੋਰਸ਼ਨਸ, ਕਹਿੰਦੇ ਲਾ ਆਫ ਵੇਰੀਏਬਲ ਪ੍ਰਪੋਰਸ਼ਨਸ ਦੇ ਵਿੱਚ ਕੀ ਹੁੰਦਾ ਹੈ, ਕਹਿੰਦੇ ਲਾ ਆਫ ਪ੍ਰੋਡਕਸ਼ਨ ਦੇ ਵਿੱਚ ਲਾ ਆਫ ਵੇਰੀਏਬਲ ਪ੍ਰਪੋਰਸ਼ਨਸ ਔਰ ਲਾ ਆਫ ਜਿਹੜੇ ਮੇਨ 2 ਹੁੰਦੇ ਨੇਗੇ, ਰਿਟਰਨ ਟੂ ਅ ਫੈਕਟਰ ਵੀ ਕਹਿੰਦੇ ਆ ਇਹਨੂੰ, ਐਂਡ ਰਿਟਰਨ ਟੂ ਅ ਸਕੇਲ। ਰਿਟਰਨ ਟੂ ਅ ਫੈਕਟਰਸ ਦੇ ਵਿੱਚ ਕੀ ਹੁੰਦਾ, ਓਨਲੀ ਅ ਸਿੰਗਲ ਵੇਰੀਏਬਲ ਫੈਕਟਰ ਹੁੰਦਾ ਜਿਹੜਾ
ਉਹ ਚੇਂਜ ਕੀਤਾ ਜਾਂਦਾ। ਅਦਰ ਫੈਕਟਰਸ ਆਫ ਪ੍ਰੋਡਕਸ਼ਨ ਕੀ ਹੁੰਦੇ ਨੇ, ਕਾਂਸਟੈਂਟ ਹੁੰਦੇ ਨੇ। ਤੇ ਸਕੇਲ ਦੇ ਵਿੱਚ ਕੀ ਹੁੰਦਾ, ਰਿਟਰਨ ਟੂ ਸਕੇਲ ਦੇ ਵਿੱਚ ਸਾਰੇ ਜਿਹੜੇ ਫੈਕਟਰ ਆਫ ਪ੍ਰੋਡਕਸ਼ਨਸ ਨੇ ਉਹ ਕਿ ਆਪਾਂ ਉਹਨਾਂ ਨੂੰ ਇਨਕਰੀਜ਼ ਕਰ ਸਕਦੇ ਆ। ਸਾਰੇ ਫੈਕਟਰ ਆਫ ਪ੍ਰੋਡਕਸ਼ਨਸ ਵੇਰੀਏਬਲਸ ਫੈਕਟਰ ਹੁੰਦੇ ਨੇ। ਤਾਂ ਸਭ ਤੋਂ ਪਹਿਲਾਂ ਆਪਾਂ ਰਿਟਰਨ ਟੂ ਅ ਫੈਕਟਰ ਦੀ ਗੱਲ ਕਰਦੇ ਆ। ਪ੍ਰੋਡਕਸ਼ਨ ਫੰਕਸ਼ਨ ਵਿਦ वन वेरिएबल इनपुट की गल करते हैं, यूनिट 7 ਦੇ ਵਿੱਚ ਵੀ ਹੈ। ਥੋੜਾ ਜਿਹਾ ਆਪਾਂ ਇਹਨੂੰ ਦੇਖ ਲੈਂਦੇ ਆ। ਤੇਰੇ ਵਿੱਚ ਕੀ ਆ, ਲਾ ਆਫ ਰਿਟਰਨਸ ਦੇ ਵਿੱਚ ਕੀ ਹੁੰਦਾ ਹੈ, ਰਿਟਰਨ ਟੂ ਅ ਫੈਕਟਰ ਐਂਡ ਪ੍ਰੋਡਕਸ਼ਨਸ ਵਿਦ ਵਨ ਵੇਰੀਏਬਲ ਫੰਕਸ਼ਨ ਬੋਲਦੇ ਹਨ। ਇਹਦੇ ਵਿੱਚ ਕਹਿੰਦੇ ਘਟਦੇ ਪ੍ਰਤੀਫਲ ਦੇ ਨਿਯਮ ਤੇ ਵੱਧਦੀਆਂ ਲਾਗਤਾਂ ਦਾ ਨਿਯਮ, ਵੱਧਦੇ ਪ੍ਰਤੀਫਲ ਦੇ ਨਿਯਮ ਤੇ ਘਟਦੀਆਂ ਲਾਗਤਾਂ ਦਾ ਨਿਯਮ, ਅਤੇ ਸਮਾਨ ਪ੍ਰਤੀਫਲ ਦਾ ਨਿਯਮ ਤੇ ਸਮਾਨ ਲਾਗਤਾਂ ਦਾ ਨਿਯਮ ਜਿਹੜਾ ਉਹ ਕੀ ਹੁੰਦਾ ਹੈ, ਅਪਲਾਈ ਹੁੰਦਾ ਹੈ। ਕਹਿੰਦੇ ਆ ਪ੍ਰੋਡਿਊਸਰਸ ਮੇ ਅਫੈਕਟ ਅ ਚੇਂਜ ਇਨ ਪ੍ਰੋਡਕਸ਼ਨਸ ਬਾਈ ਚੇਂਜਿੰਗ ਓਨਲੀ ਦਾ ਵਨ ਵੇਰੀਏਬਲ factors and technology remaining constants। कहते other factors जो constant रहते हैं, only one variable factor ਦੇ ਵਿੱਚ change ਕਰਕੇ अपनी जो ਆਪਾਂ production ਨੂੰ increase करते हैं, that is the return to a factor and law of variable proportions। कहते this proportional relationship between the production function and variable factor of production is termed as a return to a factors। कहते return to factor exhibit three phases ਹੁੰਦੇ ਨੇ। return to a factor ਦੇ ਵਿੱਚ ਜਦੋਂ ਆਪਾਂ one variable ਦੇ ਵਿੱਚ चेंज करते हैं, अदर ਨੂੰ ਫਿਕਸ ਰੱਖਦੇ हैं। फर्स्ट इज द इंक्रीजिंग रिटर्न टू अ फैक्टर एंड सेकंड इज द डिक्रीजिंग रिटर्न टू अ फैक्टर एंड थर्ड इज द कांस्टेंट रिटर्न टू अ फैक्टर। ਆਪਾਂ ਇਹਨਾਂ ਤਿੰਨਾਂ ਨੂੰ ਦੇਖਦੇ ਹਾਂ, ਡੀਪਲੀ ਤਿੰਨਾਂ ਨੂੰ ਰੀਡ ਕਰਦੇ ਹਾਂ। ਤਾਂ ਇਹਦੇ ਲਈ ਕੀ ਨੇ, ਕੁਝ ਅਸੰਪਸ਼ਨਸ ਵੀ ਨੇ। ਤਾਂ 3 ਫੇਸਿਸ ਵੀ ਆਉਂਦੇ ਨੇ ਇਹਦੇ ਵਿੱਚ, ਸਟੇਜ 1, ਸਟੇਜ 2 ਐਂਡ ਸਟੇਜ 3। ਕਹਿੰਦੇ ਲਾ ਆਫ ਵੇਰੀਏਬਲ ਪ੍ਰਪੋਰਸ਼ਨਸ ਮੀਨਸ ਆਪਾਂ ਰਿਟਰਨ ਟੂ ਅ ਫੈਕਟਰ ਦੇ ਵਿੱਚ ਜਦੋਂ ਇੱਕ ਫੈਕਟਰਸ ਦੀ ਕੁਆਂਟੀਟੀ ਇਨਕਰੀਜ਼ ਕਰਦੇ ਆ ਕਾਂਸਟੈਂਟ ਫਿਕਸਡ ਵੇਰੀਏਬਲ ਦੇ ਨਾਲ, ਤਾਂ ਪਹਿਲਾਂ ਤਾਂ ਆਪਣੀ ਕੀ ਹੋਏਗੀ, ਜੋ ਪ੍ਰੋਡਕਸ਼ਨ ਆ ਉਹ ਇਨਕਰੀਜ਼ ਹੋਏਗੀ ਇਨਕਰੀਜ਼ਿੰਗ ਰੇਟ ਦੇ ਨਾਲ। ਐਂਡ ਸੈਕੰਡ ਫੇਸ ਤੇ ਕੀ ਹੋ ਜਾਏਗੀ, ਉਹ ਡਿਕਰੀਜ਼ ਹੋਏਗੀ ਇਨਕਰੀਜ਼ ਹੋਏਗੀ ਡਿਕਰੀਜ਼ਿੰਗ ਰੇਟ ਦੇ ਨਾਲ। ਐਂਡ ਥਰਡ ਇਜ਼ ਕਹਿੰਦੇ ਆਪਣੀ ਜਿਹੜੀ ਪ੍ਰੋਡਕਸ਼ਨ ਆ ਉਹ ਡਿਕਰੀਜ਼ ਹੋਣ ਲੱਗ ਜਾਏਗੀ, ਟੀਪੀ ਆਪਣੀ ਡਿਕਰੀਜ਼ ਹੋਣ ਲੱਗੀ ਜਾਏਗੀ, ਉਦੋਂ ਆਪਣੀ ਜਿਹੜੀ ਐਮਪੀ ਆ ਉਹ ਨੈਗੇਟਿਵ ਹੋਣੀ ਸਟਾਰਟ ਹੋ ਜਾਏਗੀ। ਤਾਂ ਉਸ ਤੋਂ ਬਾਅਦ ਆਪਾਂ ਫਰਸਟ ਲਾ ਦੇਖਦੇ ਹਾਂ। ਸਭ ਤੋਂ ਪਹਿਲਾਂ ਜਿਹਨੂੰ ਆਪਾਂ ਬੋਲਦੇ ਆ ਘਟਦੇ ਪ੍ਰਤੀਫਲ ਦਾ ਨਿਯਮ, ਠੀਕ ਹੈ, ਲਾ ਆਫ ਡਿਮਿਨਿਸ਼ਿੰਗ ਰਿਟਰਨ ਟੂ ਅ ਫੈਕਟਰਸ। ਕਹਿੰਦੇ ਇਹ ਕੀ ਆ, ਲਾ ਆਫ ਡਿਮਿਨਿਸ਼ਿੰਗ ਰਿਟਰਨ ਟੂ ਅ ਫੈਕਟਰ ਦੇ ਵਿੱਚ ਕੀ ਹੋਏਗਾ ਕਿ ਜਿਹੜੀ ਆਪਣੀ प्रोडक्शन है वो डिक्रीज होनी स्टार्ट हो जाएगी, ठीक है। डिमिनिशिंग रिटर्न टू अ फैक्टर और लॉ ऑफ डिमिनिशिंग रिटर्न्स कहते किसी एक साधन की निश्चित मात्रा के नाल उत्पादन के दूजे साधनों की वधी हुई मात्रा का संयोग करन ते एक सीमा तो बाद उत्पादन विच घट दी दर नाल वाधा होता है। लॉ ऑफ डिमिनिशिंग रिटर्न्स मींस घटदी दर दे नाल अपनी प्रोडक्शन का इनक्रीज होना, ठीक है। कहते जो एक पर्टिकुलर वेरिएबल फैक्टर्स ਨੂੰ ਆਪਾਂ ਫਿਕਸ ਫੈਕਟਰਸ ਦੇ ਨਾਲ ਯੂਜ਼ ਕਰਦੇ ਆ, ਇਨਕਰੀਜ਼ ਕਰਦੇ ਆ, ਤਾਂ ਪਹਿਲਾਂ ਤਾਂ ਆਪਣੀ ਜਿਹੜੀ ਪ੍ਰੋਡਕਸ਼ਨ ਆ ਉਹ ਇਨਕਰੀਜ਼ ਹੋਏਗੀ, ਪਰ ਇੱਕ ਲੈਵਲ ਤੋਂ ਬਾਅਦ ਆਪਣੀ ਜਿਹੜੀ ਪ੍ਰੋਡਕਸ਼ਨ ਆ ਉਹ ਡਿਕਰੀਜ਼ਿੰਗ ਰੇਟ ਦੇ ਨਾਲ ਇਨਕਰੀਜ਼ ਹੋਣੀ ਸਟਾਰਟ ਹੋ ਜਾਏਗੀ। ਕਹਿੰਦੇ ਇਹਦੇ ਲਈ ਕੀ ਮਾਨਤਾਵਾਂ ਨੇ ਆਪਣੇ ਡਿਮਿਨਿਸ਼ਿੰਗ ਰਿਟਰਨਸ ਟੂ ਆ ਫੈਕਟਰ ਦੇ ਕੁਝ ਅਸੰਪਸ਼ਨਸ ਨੇ। ਫਰਸਟ ਇਜ਼ ਕਹਿੰਦੇ ਕੀ ਆ, ਓਨਲੀ ਵਨ ਵੇਰੀਏਬਲ ਇਨਪੁਟ ਇਜ਼ ਵੈਰਿਡ, ਆਲ ਅਦਰ ਆਰ ਫਿਕਸਡ। ਤਕਨੀਕ ਵਿੱਚ ਪਰਿਵਰਤਨ ਨਹੀਂ ਹੁੰਦਾ, ਆਪਣੀ ਜਿਹੜੀ ਟੈਕਨੋਲੋਜੀ ਆ ਉਹ ਫਿਕਸ ਰਹਿੰਦੀ ਆ। ਜਿਹੜਾ ਇਹ ਲਾਅ ਹੈ ਸ਼ਾਰਟ ਰਨ ਦੇ ਵਿੱਚ ਅਪਲਾਈ ਹੁੰਦਾ ਹੈ, ਕਿਉਂਕਿ ਸ਼ਾਰਟ ਰਨ ਦੇ ਵਿੱਚ ਆਪਾਂ ਵੇਰੀਏਬਲਸ ਫੈਕਟਰਸ ਨੂੰ ਚੇਂਜ ਕਰਕੇ ਹੀ ਆਪਣੀ ਜਿਹੜੀ ਪ੍ਰੋਡਕਸ਼ਨ ਉਹਨੂੰ ਇਨਕਰੀਜ਼ ਕਰ ਸਕਦੇ ਹਾਂ। ਫਿਕਸ ਫੈਕਟਰਸ ਦੇ ਵਿੱਚ ਚੇਂਜ ਨਹੀਂ ਹੁੰਦਾ। ਸਮਰੂਪ ਇਕਾਈਆਂ ਇਹਦੇ ਵਿੱਚ ਜਿੰਨੇ ਵੀ ਪ੍ਰੋਡਕਟਸ ਯੂਜ਼ ਕੀਤੇ ਜਾਂਦੇ ਨੇ ਉਹ ਕੀ ਹੁੰਦੇ ਨੇ, ਹੋਮੋਜੀਨੀਅਸ ਹੁੰਦੇ ਨੇ। ਐਂਡ ਉਤਪਾਦਨ ਦਾ ਮਾਪ ਜਿਹੜਾ ਹੈ ਪ੍ਰੋਡਕਸ਼ਨ ਉਹਦਾ ਕਹਿੰਦੇ ਮੇਜਰਮੈਂਟ ਕੀਤਾ ਜਾ ਸਕਦਾ ਹੈ ਕਿ ਕਿੰਨੀ ਉਤਪਾਦਨ ਆਪਣੀ ਹੋਈ ਹੈ, ਉਤਪਾਦਨ ਇਨਕਰੀਜ਼ ਹੋਇਆ ਜਾਂ ਡਿਕਰੀਜ਼ ਹੋਇਆ। ਉਪਯੁਕਤ ਇਕਾਈਆਂ ਕਹਿੰਦੇ ਜਿਹੜੀਆਂ ਇਕਾਈਆਂ ਹੁੰਦੇ ਨੇ ਆਪਾਂ ਹੋਮੋਜੀਨੀਅਸ ਇਕਾਈਆਂ ਯੂਜ਼ ਕਰਦੇ ਆ, ਠੀਕ ਹੈ। ਵੇਰੀਏਬਲਸ ਫੈਕਟਰਸ ਕਹਿੰਦੇ ਇਹਨੂੰ ਯੂਜ਼ ਕਰਦੇ ਆ। ਤੇ ਉਸ ਤੋਂ ਬਾਅਦ ਹੈ ਲਾ ਆਫ ਡਿਮਿਨਿਸ਼ਿੰਗ ਰਿਟਰਨਸ, ਠੀਕ ਹੈ। law of diminishing returns ਦੇ ਵਿੱਚ ਕੀ ਆ, ਕਹਿੰਦੇ the law was first explained by Turgot ਨੇ explain ਕੀਤਾ ਸੀ, classical economist ਨੇ ਵੀ ਇਹਨੂੰ ਦੱਸਿਆ ਸੀਗਾ, ਤੇ new classical economists like Marshall and ਜਿਹੜਾ ਹੈ ਮਾਰਸ਼ਲ ਨੇ ਵੀ ਇਹਨੂੰ explain ਕੀਤਾ ਹੈ। according to this law, as more and more units of labor are employed on the given piece of land, the marginal productivity of additional unit of labor will go on diminishing। ਕਹਿੰਦੇ ਜਦੋਂ ਆਪਾਂ ਫਿਕਸ ਫੈਕਟਰ ਦੇ ਨਾਲ ਜਿਹੜੇ ਆਪਣੇ ਵੇਰੀਏਬਲਸ ਫੈਕਟਰਸ ਨੇ ਉਹਨਾਂ ਦੀ ਕੁਆਂਟੀਟੀ ਇਨਕਰੀਜ਼ ਕਰਦੇ ਜਾਵਾਂਗੇ ਤਾਂ ਆਪਣੀ ਕਿਤੇ ਨਾ ਕਿਤੇ ਜਿਹੜੀ ਆਪਣੀ ਆਊਟਪੁੱਟ ਆ ਇੱਕ ਲੈਵਲ ਤੋਂ ਬਾਅਦ ਉਹ ਕੀ ਹੋਣੀ ਸਟਾਰਟ ਹੋ ਜਾਂਦੀ ਹੈ, ਡਿਕਰੀਜ਼ ਹੋਣੀ ਸਟਾਰਟ ਹੋ ਜਾਂਦੀ ਆ। ਜਿਵੇਂ ਕਿ ਡਿਮਿਨਿਸ਼ਿੰਗ ਰਿਟਰਨਸ ਟੂ ਆ ਫੈਕਟਰਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਜਦੋਂ ਵਨ ਫੈਕਟਰਸ ਦੇ ਵਿੱਚ ਚੇਂਜ ਕਰਦੇ ਆਪਾਂ ਅਦਰ ਫੈਕਟਰਸ ਕਾਂਸਟੈਂਟ ਹੁੰਦੇ ਨੇ, ਫਿਕਸਡ ਹੁੰਦੇ ਨੇ, ਤਾਂ ਇਸ
टेबल ਦੇ ਵਿੱਚ ਤੁਸੀਂ ਦੇਖ ਸਕਦੇ ਹੋ यूनिट्स ऑफ लेबर दिखाई हुई है, यूनिट्स ऑफ कैपिटल, टोटल प्रोडक्शन एंड मार्जिनल प्रोडक्शन दिखाई हुई है। तो यूनिट्स ऑफ लेबर कितनी है साडी 1 2 3 4 5 6 ਆਪਾਂ इंक्रीज कर रहे हैं एंड यूनिट्स ऑफ कैपिटल की अपनी कांस्टेंट है एंड टोटल प्रोडक्शन अपनी इंक्रीज हो रही है पहला तो फिर कांस्टेंट तो फिर डिक्रीज हो रही है एंड मार्जिनल प्रोडक्शन की है पहला डिक्रीज हो रही है लेकिन पॉजिटिव है फिर 0 फिर -1 है। ਇਹਦੇ ਵਿੱਚ 3 ਫੇਸਿਸ ਨੇ ਜਿਹੜੇ ਅਪਲਾਈ ਹੋ ਰਹੇ ਨੇ ਲਾਅ ਆਫ ਵੇਰੀਏਬਲ ਪ੍ਰੋਪੋਰਸ਼ਨ ਐਂਡ ਰਿਟਰਨ ਟੂ ਫੈਕਟਰਸ ਦੇ ਵਿੱਚ ਵੀ। ਕਹਿੰਦੇ ਫਰਸਟਲੀ ਕਹਿੰਦੇ ਕੈਪੀਟਲ ਇਜ਼ ਦਾ ਫਿਕਸ ਫੈਕਟਰ, ਸ਼ਾਰਟ ਟਰਮ ਦੇ ਵਿੱਚ ਆਪਾਂ ਕੈਪੀਟਲ ਨੂੰ ਚੇਂਜ ਨਹੀਂ ਕਰ ਸਕਦੇ, ਓਨਲੀ ਈਜ਼ੀ ਵੇ ਦੇ ਨਾਲ ਕੁਆਂਟੀਟੀ ਆਪਾਂ ਕਿਸ ਚੀਜ਼ ਦੀ ਇੰਕਰੀਜ਼ ਕਰ ਸਕਦੇ ਹਾਂ, ਲੇਬਰ ਦੀ। ਤਾਂ ਲੇਬਰ ਦੀ ਕੁਆਂਟੀਟੀ ਇੰਕਰੀਜ਼ ਕਰਕੇ ਆਪਾਂ ਜਿਹੜੀ ਆਪਣੀ ਪ੍ਰੋਡਕਸ਼ਨ ਉਹ ਇੰਕਰੀਜ਼ ਕਰਾਂਗੇ। ਤਾਂ ਇੱਥੇ ਯੂਨਿਟਸ ਆਫ ਕੈਪੀਟਲ ਕੀ ਆ 1 ਹੈ ਐਂਡ ਯੂਨਿਟਸ ਆਫ ਲੇਬਰ 1 ਹੈ। ਟੋਟਲ ਪ੍ਰੋਡਕਸ਼ਨ ਉਦੋਂ ਕੀ ਹੋ ਰਹੀ ਆ जो 1:1 ਆਪਾਂ यूज कर रहे हैं फैक्टर ऑफ प्रोडक्शंस ਨੂੰ ਤਦ ਆਪਣੀ ਜਿਹੜੀ ਟੋਟਲ ਪ੍ਰੋਡਕਸ਼ਨ ਹੈ 5 ਹੈ ਐਂਡ ਮਾਰਜਨਲ ਪ੍ਰੋਡਕਸ਼ਨ ਵੀ 5 ਹੈ। ਜਦੋਂ ਆਪਾਂ ਫਿਕਸਡ ਫੈਕਟਰਸ 1 ਇੱਕ ਕੈਪੀਟਲ ਦੇ ਨਾਲ 2 ਰੇਸ਼ੋ ਮੀਨਸ ਇੱਕ ਆਪਾਂ ਨੇ ਲੇਬਰ ਦੀ ਕੁਆਂਟੀਟੀ ਇੰਕਰੀਜ਼ ਕੀਤੀ, ਲੇਬਰ ਨੂੰ ਆਪਾਂ ਨੇ ਵਧਾਇਆ ਤਾਂ ਆਪਣੀ ਪ੍ਰੋਡਕਸ਼ਨ ਵੀ ਇੰਕਰੀਜ਼ ਹੋਗੀ, ਟੋਟਲ ਪ੍ਰੋਡਕਸ਼ਨ ਇੰਕਰੀਜ਼ ਹੋ ਕੇ 8 ਹੋਗੀ ਐਂਡ ਮਾਰਜਨਲ ਪ੍ਰੋਡਕਸ਼ਨ 8 - 5 = 3। ਮਾਰਜਨਲ ਪ੍ਰੋਡਕਸ਼ਨਸ ਕਿਸ ਚੀਜ਼ ਦੀ ਹੈ, ਸੈਕੰਡ ਲੇਬਰ ਦੀ। ਆਪਾਂ ਨੂੰ ਸੈਕੰਡ ਲੇਬਰ ਦੀ ਜੋ ਵੀ ਪ੍ਰੋਡਕਸ਼ਨ ਹੈ ਦੈਟ ਇਜ਼ ਅ ਮਾਰਜਨਲ ਪ੍ਰੋਡਕਸ਼ਨ ਇਜ਼ ਅ 3। ਉਹ ਆਪਾਂ ਕਿੱਦਾਂ ਕਹਿ ਸਕਦੇ ਹਾਂ, ਸੈਕੰਡ ਵਾਲੇ ਟੋਟਲ ਪ੍ਰੋਡਕਸ਼ਨਸ -1 ਲੇਬਰ ਵਾਲੀ ਟੋਟਲ ਪ੍ਰੋਡਕਸ਼ਨ ਕਰਾਂਗੇ 8 - 5 = 3 ਐਂਡ ਉਸ ਤੋਂ ਬਾਅਦ ਜਦੋਂ ਆਪਾਂ ਇੱਕ ਯੂਨਿਟ ਆਫ ਲੇਬਰ ਹੋਰ ਇੰਕਰੀਜ਼ ਕੀਤਾ ਫਿਕਸਡ ਫੈਕਟਰ ਦੇ ਨਾਲ ਤਦ ਕੀ 3 ਹੋ ਗਈ ਆਪਣੇ ਲੇਬਰ ਇੰਕਰੀਜ਼ ਹੋ ਕੇ ਤਦ ਆਪਣੀ ਟੋਟਲ ਪ੍ਰੋਡਕਸ਼ਨ ਵੀ ਇੰਕਰੀਜ਼ ਹੋ ਕੇ ਕਿੰਨੀ ਹੋਗੀ 8 to 10 ਹੋਗੀ ਐਂਡ ਆਪਣੀ ਮਾਰਜਨਲ ਪ੍ਰੋਡਕਸ਼ਨ ਘਟ ਕੇ 3 to 2 ਹੋਗੀ ਐਂਡ ਉਸ ਤੋਂ ਬਾਅਦ ਇੱਕ ਹੋਰ ਲੇਬਰ ਯੂਜ਼ ਕੀਤੀ ਕਿਉਂਕਿ ਟੋਟਲ ਪ੍ਰੋਡਕਸ਼ਨ ਇੰਕਰੀਜ਼ ਹੋ ਰਹੀ ਆ 3 to 4 ਕੀਤੀ ਫਿਕਸ ਫੈਕਟਰਸ ਦੇ ਨਾਲ ਤਦ ਆਪਣੀ ਟੋਟਲ ਪ੍ਰੋਡਕਸ਼ਨ ਇੰਕਰੀਜ਼ ਹੋ ਕੇ 1 ਲੇਕਿਨ ਇੱਥੇ ਡਿਕਰੀਜ਼ਿੰਗ ਰੇਟ ਦੇ ਨਾਲ ਇੰਕਰੀਜ਼ ਹੋ ਰਹੀ ਹੈ ਤੇ ਪਹਿਲਾਂ 5 to 8 ਇੰਕਰੀਜ਼ ਹੋਈ 8 to 10 10 to 11 ਜਦਕਿ ਆਪਾਂ ਯੂਨਿਟ ਦਾ ਲੇਬਰ ਦਾ ਇੱਕ ਹੀ ਵਧਾ ਰਹੇ ਹਾਂ। ਉਸ ਤੋਂ ਬਾਅਦ ਕਹਿੰਦੇ 4 ਲੇਬਰ ਯੂਜ਼ ਕਰਨ ਦੇ ਨਾਲ ਟੋਟਲ ਪ੍ਰੋਡਕਸ਼ਨ 11 ਮਾਰਜਨਲ ਪ੍ਰੋਡਕਸ਼ਨ ਇਜ਼ ਇਕੁਅਲ ਟੂ 1 11 - 10 ਇਜ਼ ਇਕੁਅਲ ਟੂ 1 ਐਂਡ ਉਸ ਤੋਂ ਬਾਅਦ 5th ਲੇਬਰ ਯੂਜ਼ ਕੀਤੀ ਤਾਂ ਉੱਥੇ ਯੂਨਿਟਸ ਆਫ ਕੈਪੀਟਲ ਸੇਮ ਹੈ, ਫਿਕਸ ਫੈਕਟਰ ਸੇਮ ਹੈ, ਟੋਟਲ ਪ੍ਰੋਡਕਸ਼ਨ ਕੀ ਹੈ 11 ਹੈ। ਟੋਟਲ ਪ੍ਰੋਡਕਸ਼ਨ ਜਿੰਨੀ 4th ਲੇਬਰ ਯੂਜ਼ ਕਰਨ ਨਾਲ ਹੋਈ ਸੀ ਉਨੀ ਹੀ 5th ਲੇਬਰ ਦੇ ਨਾਲ ਹੋ ਰਹੀ ਹੈ 11 ਟੋਟਲ ਪ੍ਰੋਡਕਸ਼ਨ ਦੇ ਵਿੱਚ ਕੋਈ ਵੀ ਇੰਕਰੀਜ਼ ਨਹੀਂ ਆਇਆ। ਜਿੱਥੇ ਕਹਿੰਦੇ ਟੋਟਲ ਪ੍ਰੋਡਕਸ਼ਨ ਮੈਕਸਿਮਮ ਹੋਵੇ ਉੱਥੇ ਕੀ ਹੁੰਦਾ ਆਪਣੇ ਮਾਰਜਨਲ ਪ੍ਰੋਡਕਸ਼ਨ 0 ਹੁੰਦਾ ਤਾਂ ਇੱਥੇ 11 - 11 ਮਾਰਜਨਲ ਪ੍ਰੋਡਕਸ਼ਨ ਮੀਨਸ 0 ਆ। 5 ਲੇਬਰ ਜਦੋਂ ਆਪਾਂ ਨੇ ਇੰਕਰੀਜ਼ ਕੀਤੀ ਤਾਂ ਉਸਦੀ ਕੋਈ ਵੀ ਪ੍ਰੋਡਕਸ਼ਨ ਨਹੀਂ ਹੈਗਾ, ਉਹਦੀ ਪ੍ਰੋਡਕਟਿਵਿਟੀ 0 ਹੈ ਐਂਡ ਉਸ ਤੋਂ ਬਾਅਦ 5th ਤੋਂ 6 ਲੇਬਰ ਇੰਕਰੀਜ਼ ਕੀਤੀ ਤਾਂ ਇਹਦੇ ਨਾਲ ਕੀ ਆ ਆਪਣੀ ਜਿਹੜੀ 5th ਤੋਂ 6 ਲੇਬਰ ਇੰਕਰੀਜ਼ ਕਰਨ ਦੇ ਨਾਲ ਆਪਣੀ ਜਿਹੜੀ ਟੋਟਲ ਪ੍ਰੋਡਕਸ਼ਨ ਹੈ ਉਹ ਡਿਕਰੀਜ਼ ਹੋਈ 11 to 10 ਦਿਸ ਇਜ਼ ਅ ਡਿਕਰੀਜ਼ਿੰਗ ਰਿਟਰਨਸ ਠੀਕ ਹੈ ਐਂਡ ਉਸ ਤੋਂ ਬਾਅਦ ਜਿਹੜੀ ਆਪਣੀ ਮਾਰਜਨਲ ਪ੍ਰੋਡਕਸ਼ਨ ਹੈ ਦਿਸ ਇਜ਼ ਅ -1 ਕਹਿੰਦੇ ਇੱਥੇ ਕੀ ਜਿਹੜਾ law of diminishing returns ਜਿਹੜਾ ਅਪਲਾਈ ਹੋ ਰਿਹਾ ਹੈ ਮੀਨਸ ਜਿਹੜੀ ਆਪਣੀ ਪ੍ਰੋਡਕਸ਼ਨ ਉਹ ਵੀ ਘਟ ਰਹੀ ਹੈ ਤੇ ਐਮਪੀ ਆਪਣੀ ਨੈਗੇਟਿਵ ਹੋ ਰਹੀ ਹੈ। ਤਾਂ ਫਰਸਟ ਫੇਜ਼ ਕਿੱਥੇ ਹੈ ਜਿੱਥੇ ਐਮਪੀ ਆਪਣੀ ਪੋਜ਼ਿਟਿਵ ਹੈ ਜਿੱਥੇ ਜਿਹੜੀ ਆਪਣੀ ਟੋਟਲ ਪ੍ਰੋਡਕਸ਼ਨ ਹੈ ਇੰਕਰੀਜ਼ ਹੋ ਰਹੀ ਹੈ ਐਂਡ ਸੈਕੰਡ ਫੇਜ਼ ਜਿੱਥੇ ਕਹਿੰਦੇ ਆਪਣੀ ਐਮਪੀ 0 ਐਂਡ ਟੀਪੀ मैक्सिमम है एंड थर्ड फेज जिथे टीपी डिक्रीज हो रही है एंड एमपी अपनी नेगेटिव हो रही है। आप सेकंड स्टेज तक जिथे 11 मींस टोटल अपनी प्रोडक्शन है मैक्सिमम प्रोडक्शन है उत्थे तक ही आप जेडे वेरिएबल्स फैक्टर्स ने उन्हां दा यूज करांगे वेरिएबल फैक्टर्स नु इंक्रीज करांगे उस तो बाद नहीं करांगे 6 जिवें कि लेबर क्योंकि उत्थे साडे टोटल प्रोडक्शन घटनी स्टार्ट हो गई ते एमपी मार्जिनल प्रोडक्शन साडी नेगेटिव स्टार्ट हो गई। ਤਾਂ ਇੱਥੇ ਇਸ ਲਾਅ ਤੋਂ ਕੀ ਐਕਸਪਲੇਨ ਹੁੰਦਾ ਹੈ ਕਿ ਜਿਵੇਂ ਜਿਵੇਂ ਨੰਬਰ ਆਫ ਯੂਨਿਟਸ ਆਪਾਂ ਲੇਬਰਸ वेरिएबल्स फैक्टर ਨੂੰ इंक्रीज करते जा रहे हैं अपनी ਜਿਹੜੀ ਟੀਪੀ ਆ ਡਿਕਰੀਜ਼ਿੰਗ ਦੇ ਨਾਲ ਇੰਕਰੀਜ਼ ਹੋਏਗੀ ਐਂਡ ਐਮਪੀ ਆਪਣੀ ਇੱਥੇ ਕੀ ਆ ਡਿਮਿਨਿਸ਼ਿੰਗ ਹੋ ਰਹੀ ਆ। ਲਾ ਆਫ ਡਿਮਿਨਿਸ਼ਿੰਗ ਰਿਟਰਨਸ ਅਪਲਾਈ ਹੋ ਰਿਹਾ ਐਮਪੀ ਆਪਣੀ ਡਿਕਰੀਜ਼ ਹੋ ਰਹੀ ਆ। ਕਹਿੰਦੇ show that as more and more units of labor are combined with the fixed factor of capital total output increasing only at the decreasing rate or it may be even stop at increasing rate at all the further starting diminishing the marginal product of variable factor is diminishing and beyond point it becomes 0 and even negative। ਤਾਂ ਤੁਸੀਂ ਇਸ ਦੀ ਡਾਇਗਰਾਮ ਦੇਖ ਸਕਦੇ ਹੋ ਡਿਮਿਨਿਸ਼ਿੰਗ ਰਿਟਰਨ ਟੂ ਅ ਫੈਕਟਰ ਕਿ ਜਿਵੇਂ ਜਿਵੇਂ ਆਪਾਂ ਵੇਰੀਏਬਲਸ ਫੈਕਟਰ ਨੂੰ ਫਿਕਸ ਫੈਕਟਰ ਦੇ ਨਾਲ ਯੂਜ਼ ਕਰਾਂਗੇ ਵੇਰੀਏਬਲ ਫੈਕਟਰ ਨੂੰ ਇੰਕਰੀਜ਼ ਕਰਦੇ ਜਾਵਾਂਗੇ ਉਵੇਂ ਉਵੇਂ ਟੀਪੀ ਵਾਲਾ ਆਪਣੀ ਇੰਕਰੀਜ਼ ਹੋਏਗੀ ਬਾਅਦ ਦੇ ਵਿੱਚ ਆਪਣੀ ਮੈਕਸਿਮਮ ਤੇ ਉਸ ਤੋਂ ਬਾਅਦ ਟੀਪੀ ਡਿਕਰੀਜ਼ ਹੋਣੀ ਸਟਾਰਟ ਹੋ ਜਾਏਗੀ ਤੇ ਐਮਪੀ ਆਪਣੀ ਕੀ ਆ एमपी अपनी डिक्रीज होएगी पहला डिक्रीज होएगी लेकिन पॉजिटिव लेकिन फिर 0 हो जाएगी उस तो बाद नेगेटिव हो जाएगी। ਤੁਸੀਂ ए एंड बी डायग्राम ਦੇ ਵਿੱਚ ਦੇਖ ਸਕਦੇ ਹੋ ਡਿਮਿਨਿਸ਼ਿੰਗ ਰਿਟਰਨ ਟੂ ਆ ਫੈਕਟਰ ਇੱਕ ਫੈਕਟਰ ਦੇ ਵਿੱਚ ਚੇਂਜ ਹੋਣ ਦੇ ਨਾਲ ਆਪਣੀ ਪ੍ਰੋਡਕਸ਼ਨ ਤੇ ਕੀ ਇਫੈਕਟ ਪਏਗਾ ਆਊਟਪੁੱਟ ਤੇ ਕੀ ਇਫੈਕਟ ਪਏਗਾ ਸ਼ਾਰਟ ਟਰਮ ਦੇ ਵਿੱਚ। ਤਾਂ ਉਹ ਐਕਸ ਤੇ ਯੂਨਿਟਸ ਆਫ ਵੇਰੀਏਬਲਸ ਫੈਕਟਰ ਦਿਖਾਏ ਹੋਏ ਨੇ, ਉਹ ਵਾਈ ਤੇ ਟੋਟਲ ਪ੍ਰੋਡਕਸ਼ਨ ਦਿਖਾਈ ਹੋਈ ਆ
टीपी पहला इंक्रीज हो रही है, जिमें जिमें आप नंबर ऑफ वेरिएबल्स फैक्टर्स मींस लेबर भी इंक्रीज करते जा रहे हैं तो टोटल प्रोडक्शन भी इंक्रीज हो रही है। पी पॉइंट क्या कि टोटल प्रोडक्शन अपनी मैक्सिमम है एंड पी पॉइंट तो बाद अपनी टीपी की होनी स्टार्ट होगी, डिक्रीज होनी स्टार्ट होगी क्योंकि पी पॉइंट ਤੇ ਆਪਾਂ ਫੁੱਲੀ ਯੂਟਿਲਾਈਜੇਸ਼ਨ ਆਫ ਰਿਸੋਰਸਸ ਕਰ ਲੈਂਦੇ ਆ ਤੇ ਪੀ ਤੋਂ ਬਾਅਦ ਜਦੋਂ ਆਪਾਂ ਹੋਰ ਲੇਬਰ ਨੂੰ ਯੂਜ਼ ਕਰਾਂਗੇ ਤਾਂ ਟੀਪੀ ਆਪਣੀ ਡਿਕਰੀਜ਼ ਹੋਏਗੀ ਤੇ ਐਮਪੀ ਪਹਿਲਾਂ ਆਪਣੀ ਕੀ ਹੈ ਡਿਕਰੀਜ਼ ਹੋ ਰਹੀ ਹੈ, ਡਿਮਿਨਿਸ਼ਿੰਗ ਹੋ ਰਹੀ ਹੈ ਜਿਵੇਂ ਜਿਵੇਂ ਆਪਾਂ ਨੰਬਰ ਆਫ ਜਿਹੜੇ ਵੇਰੀਏਬਲਸ ਫੈਕਟਰ ਹੈ ਲੇਬਰ ਦਾ ਯੂਜ਼ ਕਰਦੇ ਜਾ ਰਹੇ ਹਾਂ ਜ਼ਿਆਦਾ ਤੇ ਇੱਕ ਪੁਆਇੰਟ ਹੈ ਕਿ ਐਮਪੀ ਆਪਣੀ ਜ਼ੀਰੋ ਤੇ ਉਸ ਤੋਂ ਬਾਅਦ ਆਪਣੀ ਨੈਗੇਟਿਵ ਸਟਾਰਟ ਹੋ ਰਹੀ ਹੈ। ਦਿਸ ਇਜ਼ ਦਾ ਡਿਮਿਨਿਸ਼ਿੰਗ ਰਿਟਰਨ ਟੂ ਅ ਫੈਕਟਰ ਕਿ ਜਿਵੇਂ ਜਿਵੇਂ ਆਪਾਂ ਇਨਪੁਟਸ ਨੂੰ ਯੂਜ਼ ਕਰਦੇ ਜਾਵਾਂਗੇ ਵੇਰੀਏਬਲਸ ਫੈਕਟਰਸ ਦੀ ਕੁਆਂਟੀਟੀ ਨੂੰ ਇਨਕਰੀਜ਼ ਕਰਦੇ ਜਾਵਾਂਗੇ ਉਵੇਂ ਉਵੇਂ ਆਪਣੀ ਆਊਟਪੁੱਟ ये डिक्रीज होती जाएगी, कटती जाएगी। तेरे विच की होएगा सेकंड लॉ अप्लाई हो रही है इंक्रीजिंग कॉस्ट। अगर लॉ ऑफ डिमिनिशिंग रिटर्न्स ने तो इंक्रीजिंग कॉस्ट आएगी क्योंकि किया अपनी जड़ी लेबर की प्रोडक्शन है वो तो घटती जा रही है तो लेबर को अपन वेजिस तो देनी पैनियां ने तब किया वेजिस अपनी ज्यादा होंगी एंड प्रोडक्शन लेबर की घट है तो दिस इज अ इंक्रीजिंग कॉस्ट। इहनूं लॉ ऑफ इंक्रीजिंग कॉस्ट भी कहते हैं कि कॉस्ट वधनी प्रोडक्शन घटनी। कॉस्ट के कंपैरिजन लेबर की जड़ी वेजिस है वो ज्यादा है ਤੇ ਜਿਹੜਾ ਪ੍ਰੋਡਕਸ਼ਨ ਹੈ ਉਹ ਕੀ ਹੈ ਘੱਟ ਹੈ ਮੀਨਸ ਰੈਵਨਿਊ ਘੱਟ ਹੈ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਇੰਕਰੀਜ਼ਿੰਗ ਕਾਸਟ ਕਹਿੰਦੇ ਅਗਰ ਡਿਕਰੀਜ਼ਿੰਗ ਡਿਮਿਨਿਸ਼ਿੰਗ ਰਿਟਰਨਸ ਹੋਣਗੇ ਤਾਂ ਇੰਕਰੀਜ਼ਿੰਗ ਕਾਸਟ ਹੋਏਗੀ। ਇੱਥੇ ਯੂਨਿਟਸ ਆਫ ਲੇਬਰ ਐਂਡ ਕੈਪੀਟਲ ਦਿਖਾਈ ਹੋਈ ਆ 1 2 3 4 जो कि इंक्रीज हो रही है एंड टोटल कॉस्ट इज अ 40 80 120 60 टोटल प्रोडक्शन एंड एवरेज कॉस्ट ਤਾਂ ਐਵਰੇਜ ਕਾਸਟ ਦੇ ਥਰੂ ਹੀ ਆਪਾਂ ਜਿਹੜੀ ਆਪਣੀ ਇਨਕਰੀਜ਼ਿੰਗ ਕਾਸਟ ਵਾਲਾ ਲਾਅ ਹੈ ਤੇ ਦੇਖ ਸਕਦੇ ਹਾਂ। ਐਵਰੇਜ ਕਾਸਟ ਕੀ ਹੁੰਦਾ ਹੈ ਪਰ ਪ੍ਰੋਡਕਟ ਦੀ ਕਾਸਟ ਹੁੰਦਾ ਹੈ ਕਿ ਪਰ ਪ੍ਰੋਡਕਟ ਤੇ ਜਿਹੜੀ ਸਾਡੀ ਕਾਸਟ ਹੈ ਉਹ ਕਿੰਨੀ ਆ ਰਹੀ ਹੈ ਇੱਕ ਪ੍ਰੋਡਕਟ ਦੀ ਪ੍ਰੋਡਕਸ਼ਨ ਤੇ ਜੋ ਕਾਸਟ ਆ ਰਹੀ ਹੈ। ਠੀਕ ਹੈ ਜਿਵੇਂ ਜਿਵੇਂ ਆਪਾਂ ਲੇਬਰ ਨੂੰ ਜ਼ਿਆਦਾ ਯੂਜ਼ ਕਰਦੇ ਜਾ ਰਹੇ ਹਾਂ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਯੂਨਿਟਸ ਆਫ ਲੇਬਰ ਐਂਡ ਕੈਪੀਟਲ ਕੀ ਆ 1 ਹੈ ਟੋਟਲ ਕਾਸਟ ਕਿੰਨੀ ਆ ਰਹੀ ਹੈ 40 ਐਂਡ ਟੋਟਲ ਪ੍ਰੋਡਕਸ਼ਨ ਕਿੰਨੀ ਆਪਣੀ 5 and average cost कितनी है 40 divided by 5 total cost divided by total productions is equal to 8 and ਉਸ ਤੋਂ ਬਾਅਦ ਜਦੋਂ ਆਪਾਂ ਨੇ ਲੇਬਰ ਨੂੰ ਹੋਰ ਇਨਕਰੀਜ਼ ਕੀਤਾ ਲੇਬਰ ਦੀ ਕੁਆਂਟੀਟੀ 2 ਕੀਤੀ ਤਾਂ ਉੱਥੇ ਟੋਟਲ ਕਾਸਟ ਵੀ ਆਪਣੀ ਕੀ ਹੈ ਇਨਕਰੀਜ਼ ਹੋ ਕੇ 40 to 80 ਹੋ ਜਾਏਗੀ ਐਂਡ ਟੋਟਲ ਜਿਹੜੀ ਪ੍ਰੋਡਕਸ਼ਨ ਹੈ 5 to 8 and average cost 80 divided by 8 is equal to 10 एवरेज कॉस्ट इंक्रीज होगी सैकेंड लेबर यूज करने के नाल एवरेज कॉस्ट घटने की बजाय 8 टू की होगी 10 होगी 2% इंक्रीज होगी एंड उस तो बाद जो नंबर ऑफ यूनिट्स ऑफ लेबर 4 इंक्रीज 3 एंड टोटल कॉस्ट 4 इंक्रीज 80 to 120 एंड टोटल प्रोडक्शन भी इंक्रीज हो रही है 8 to 10 एंड एवरेज कॉस्ट भी इंक्रीज हो गए 10 to 12 ਤੇ ਉਸ ਤੋਂ ਬਾਅਦ ਜਦੋਂ 4th ਯੂਨਿਟਸ ਆਫ ਲੇਬਰ ਯੂਜ਼ ਕੀਤਾ ਟੋਟਲ ਕਾਸਟ ਇੰਕਰੀਜ਼ ਹੋ ਕੇ 160 ਐਂਡ ਟੋਟਲ ਪ੍ਰੋਡਕਸ਼ਨਸ 10 to 11 and average productions 12 to 14.5 ठीक है। एवरेज कॉस्ट है जी अपनी इंक्रीज हो रही है जिमें जिमें नंबर ऑफ लेबर्स ਨੂੰ ਆਪਾਂ इंक्रीज कर रहे हैं क्योंकि लॉ ऑफ डिमिनिशिंग रिटर्न ਤੇ इंक्रीजिंग कॉस्ट है ਜਿਹੜਾ ਉਹ ਅਪਲਾਈ ਹੋ ਰਿਹਾ ਹੈ। ਦਿਸ ਇਜ਼ ਦਾ ਡਾਇਗਰਾਮਸ ਆਫ ਇੰਕਰੀਜ਼ਿੰਗ ਕਾਸਟ ਜੋ ਸਾਨੂੰ ਦਿਖਾ ਰਹੀ ਹੈ। ਇਹਦੇ ਵਿੱਚ OX ਅਕਸ਼ ਤੇ ਯੂਨਿਟਸ ਆਫ ਲੇਬਰ ਐਂਡ ਕੈਪੀਟਲ ਲਿੱਤੀ ਹੋਈ ਹੈ OY ਤੇ ਐਵਰੇਜ ਕਾਸਟ ਲਿੱਤੀ ਹੋਈ ਹੈ IC ਆਪਾਂ ਨੂੰ ਜੋ ਹੈ ਆਪਣਾ ਕਾਸਟ ਕਰਵ ਦਿਖਾ ਰਿਹਾ ਹੈ। ਤਾਂ ਇੱਥੇ ਕੀ ਹੈ ਜਦੋਂ ਨੰਬਰ ਆਫ ਲੇਬਰ ਆਪਾਂ 1 ਯੂਜ਼ ਕਰ ਰਹੇ ਹਾਂ ਤਾਂ ਆਪਣੀ ਕਾਸਟ ਕਿੰਨੀ ਹੈ 8 ਜਦੋਂ ਨੰਬਰ ਆਫ ਲੇਬਰ 2 ਯੂਜ਼ ਕੀਤੀ ਕਾਸਟ ਇੰਕਰੀਜ਼ ਹੋ ਗਿਆ 10 ਫਿਰ 3 ਲੇਬਰ ਇੱਕ ਹੋਰ ਲੇਬਰ ਇੰਕਰੀਜ਼ ਕੀਤੀ ਵੇਰੀਏਬਲ ਫੈਕਟਰ ਇੰਕਰੀਜ਼ ਕੀਤਾ ਤਾਂ ਕਾਸਟ ਇੰਕਰੀਜ਼ ਹੋ ਕੇ 12 ਐਂਡ 4th ਲੇਬਰ ਇੰਕਰੀਜ਼ ਕੀਤੀ ਕਾਸਟ 12 to 14 ਜਿਵੇਂ ਜਿਵੇਂ ਨੰਬਰ ਆਫ ਲੇਬਰਸ ਨੂੰ ਇੰਕਰੀਜ਼ ਕਰਦੇ ਜਾ ਰਹੇ ਆ ਆਪਣੀ ਜਿਹੜੀ ਕਾਸਟ ਉਹ ਵੀ ਕੀ ਹੋ ਰਹੀ ਹੈ ਇੰਕਰੀਜ਼ ਹੋ ਰਹੀ ਹੈ। ਕਹਿੰਦੇ ਇਹਦੇ ਮੇਨ ਰੀਜ਼ਨਸ ਕੀ ਨੇ ਕਾਜ਼ਸ ਕੀ ਨੇ ਕਿ ਜਿਹੜਾ ਇਹ ਲਾਅ ਇਹ ਕਿਉਂ ਅਪਲਾਈ ਹੁੰਦਾ ਹੈ ਡਿਮਿਨਿਸ਼ਿੰਗ ਕਾਸਟ ਤੇ ਇੰਕਰੀਜ਼ਿੰਗ ਰਿਟਰਨ ਵਾਲਾ। causes of the operation of the law diminishing returns or increasing return to a factor first is fixity of factor ਕਹਿੰਦੇ ਜਦੋਂ ਫਿਕਸ ਫੈਕਟਰ ਆਫ ਪ੍ਰੋਡਕਸ਼ਨਸ ਦੇ ਨਾਲ ਆਪਾਂ ਵੇਰੀਏਬਲਸ ਫੈਕਟਰਸ ਨੂੰ ਯੂਜ਼ ਕਰਾਂਗੇ ਤਦ ਕੀ ਹੈ ਪਹਿਲਾਂ ਤਾਂ ਆਪਣੀ ਪ੍ਰੋਡਕਸ਼ਨ ਇੰਕਰੀਜ਼ ਹੋਏਗੀ ਕਿਉਂਕਿ ਆਪਾਂ ਫਿਕਸ ਫੈਕਟਰਸ ਦਾ ਪ੍ਰੋਪਰ ਯੂਜ਼ ਨਹੀਂ ਕਰਦੇ ਉਹਨਾਂ ਦੀ ਅੰਡਰ ਯੂਟਿਲਾਈਜੇਸ਼ਨ ਹੋ ਰਹੀ ਹੁੰਦੀ ਆ ਮੀਨਸ ਉਹ ਐਕਸੈਸ ਦੇ ਵਿੱਚ ਹੁੰਦੇ ਨੇ ਲੇਕਿਨ ਆਪਾਂ ਉਹਨਾਂ ਦਾ ਪ੍ਰੋਪਰ ਯੂਜ਼ ਨਹੀਂ ਕਰਦੇ ਜਦੋਂ ਆਪਾਂ ਲੇਬਰ ਵਧਾਵਾਂਗੇ ਪਹਿਲਾਂ ਉਹਨਾਂ ਦਾ ਯੂਜ਼ ਹੋਣਾ ਅੱਛਾ ਸਟਾਰਟ ਹੋ ਜਾਏਗਾ ਫਿਰ ਉਹ ਇੰਕਰੀਜ਼ਿੰਗ ਰਿਟਰਨਸ ਆਉਣਗੇ ਲੇਕਿਨ ਜਦੋਂ ਉਹਨਾਂ ਦਾ ਪ੍ਰੋਪਰ ਯੂਜ਼ ਹੋ ਗਿਆ ਅਗਰ ਫਿਰ ਵੀ ਆਪਾਂ ਲੇਬਰ ਯੂਜ਼ ਕਰਾਂਗੇ ਫਿਕਸ ਫੈਕਟਰਸ ਦੇ ਨਾਲ ਮੀਨਸ ਫਿਕਸ ਫੈਕਟਰ ਦੀ ਰੇਸ਼ੋ ਘਟ ਗਈ ਵੇਰੀਏਬਲ ਦੀ ਵੱਧ ਗਈ ਤਦ ਕਿ ਡਿਕਰੀਜ਼ਿੰਗ ਰਿਟਰਨ ਸਟਾਰਟ ਹੋਣਗੇ। imperfect factor substitutions ਕਹਿੰਦੇ more and more labor use ਕਰਾਂਗੇ ਤੇ ਇਹਦਾ ਐਗਜ਼ਾਮਪਲਸ ਕੀ ਹੋਏਗਾ
कि लैंड अपने को घट जाएगी, लेबर ज्यादा हो जाएगी तो जिहदे थ्रू कॉस्ट ही बढ़ेगी। पुअर कोआर्डिनेशन बिटवीन द फैक्टर्स, कहते फिक्स फैक्टर्स ते जिहड़ा अपना वेरिएबल्स फैक्टर है, इन्हां दे विच पुअर कोआर्डिनेशन, फिक्स फैक्टर दा फिक्स रहना ते वेरिएबल्स फैक्टर्स दा लोड तो ज्यादा हो जाना। एप्लीकेशंस ऑफ लॉ डिमिनिशिंग रिटर्न्स वाला जिहड़ा है लॉ है ते इंक्रीजिंग कॉस्ट वाला है, ये कित्थे अप्लाई हुंदा है? कहते एग्रीकल्चर ते इंडस्ट्री दोनों सैक्टर्स दे विच अप्लाई हुंदा है। एप्लीकेशन टू द एग्रीकल्चर, कहते एग्रीकल्चर सैक्टर्स दे विच ज्यादा अप्लाई हुंदा है क्योंकि एग्रीकल्चर सैक्टर दे विच जिहड़ी प्रोडक्शन हुंदी है लैंड ते डिपेंड करदी है। लैंड इज अ टोटली फिक्स फैक्टर्स, लैंड दे साइज ਨੂੰ ਆਪਾਂ इंक्रीज नहीं कर सकते। अगर लैंड ते मोर एंड मोर यूनिट ऑफ लेबर लगाए जाएंगे तो प्रोडक्शन इहदी इन्नी इंक्रीज नहीं होएगी। जिੱਥੋਂ तक इहदी प्रोडक्शन पावर आप इहनूं उत्थों तक ही इंक्रीज कर सकते हैं इहदी प्रोडक्शन ਨੂੰ। ਉਸ ਤੋਂ ਬਾਅਦ ਜਿਹੜੀ ਸਾਡੀ ਕਾਸਟ ਆ इंक्रीज होना स्टार्ट हो जाएगी ਤੇ डिमिनिशिंग रिटर्न्स मींस आउटपुट अपनी घटनी स्टार्ट हो जाएगी। एप्लीकेशन टू एक्सट्रैक्टिव इंडस्ट्रीज, कहते ਜਿਹੜੀਆਂ एग्रीकल्चर ਤੇ बेस्ड इंडस्ट्रीज ने ਉਹਨਾਂ ਦੇ ਵਿੱਚ ਵੀ ਇਹ ਲਾਅ ਜ਼ਿਆਦਾ ਅਪਲਾਈ ਹੁੰਦਾ ਹੈ। ਜਿਵੇਂ ਕਿ ਮਾਈਨਿੰਗ ਇੰਡਸਟਰੀ, ਮਾਈਨਿੰਗ ਇੰਡਸਟਰੀਜ਼ ਦੇ ਵਿੱਚ ਕੀ ਆ, ਕਹਿੰਦੇ ਲੇਬਰ ਨੂੰ ਆਪਾਂ ਨੂੰ ਵੇਜਿਸ ਦੇਣੀਆਂ ਪੈਂਦੀਆਂ ਨੇ। ਕਹਿੰਦੇ ਐਕਸਟ੍ਰੈਕਟ ਮੋਰ ਐਂਡ ਮੋਰ ਮਿਨਰਲਸ ਔਨ हैज टू गो डीप इनटू द माइंस। माइंस ਦੇ ਵਿੱਚ ਕਹਿੰਦੇ ਆਪਾਂ अपना जो है मिनरल्स करते हैं, जिमें जिमें कहते मिनरल्स करते हैं तो आपको होर डीप जाना पैंदा, आप लेबर ਨੂੰ होर यूज करते हैं। इन्हां दी क्वांटिटी जिहड़ी वो घटदी जांदी है, लेबर दी वेजेस वधदियां जांदियां ने। ठीक है, तां की है जिहड़ी कॉस्ट अपनी इंक्रीज होना स्टार्ट हो जाती है। बिल्डिंग्स के केस दे विच भी अप्लाई हुंदा है, जिमें कि अपना की है मल्टी स्टोरी बिल्डिंग है, जिमें जिमें आप उपर बिल्डिंग बनानी स्टार्ट करते हो तो कॉस्ट तो ज़्यादा होती है, लेकिन की हुंदा है कॉस्ट ज़्यादा होती है, खर्चा ज़्यादा होता है, लेकिन उसका किराया सानू की हुंदा घट हुंदा है। रेंट टू द अपर बिल्डिंग्स इज डिमिनिशिंग, जिमें जो उपर जावांगे जिहड़ा अपना किराया है वो घटना स्टार्ट हो जाता है। फिशर्स, कहते फिशर्स के केस विच भी कहते लॉ अप्लाई हुंदा है। कहते मोर एंड मोर ऑफ द फिश इज टेकन आउट, जिवें जिवें मोर फिशेस कड्डियां जांदियां ने ते जिहड़ी फिशेस की क्वांटिटी आ वो पानी दे विचों घटदी जांदी है, स्टॉक घटदा जांदा है, जिहदे करके फिशर्समैन ने जिहड़े वो सी दे विच उन्हां नूं देखदे रहंदे ने, भालदे रहंदे ने, उन्हां दा खर्चा ज़्यादा हुंदा है कलैक्शन ऑफ रबर्स ते पोएट्री ते एक्वायरिंग ते, लेकिन उन्हां नूं कहते प्रोपोर्शनल रिटर्न्स जिहड़े वो घट मिलदे ने। एप्लीकेशंस टू द इंडस्ट्रीज, इंडस्ट्रीज के विच भी कहते ये ला अप्लाई हुंदा है। फिक्स्ड अमाउंट ऑफ कैपिटल एंड मार्जिनल प्रोडक्शन ऑफ लेबर मस्ट अल्टीमेटली टैग। उसके बाद व्हाई डज द लॉ ऑफ डिमिनिशिंग रिटर्न्स मेनली अप्लाई टू एग्रीकल्चर, कहते सिर्फ है एग्रीकल्चर सैक्टर दे विच अप्लाई क्यों ज़्यादा हुंदा है क्योंकि एग्रीकल्चर सैक्टर्स दे विच प्रोडक्शन किस चीज़ पे डिपेंड करती हुंदी है, लैंड पे डिपेंड करती हुंदी है। लैंड इज अ टोटली ऑफ फिक्स फैक्टर्स, कहते नेचर नैचुरल फैक्टर, क्योंकि जो एग्रीकल्चर सैक्टर है वो नैचुरल फैक्टर है, कहते नेचर पे डिपेंड करता है, जिवें कि रेन वाटर पे डिपेंड करता है ते अपना। ठीक है, कहते एग्रीकल्चर प्रोडक्शंस दे विच कहते ग्रेटली इन्फ्लुएंस पैंदा हट दा, सोके दा। ठीक है, जे तां प्रॉपर अपना टेंपरेचर या पानी मिल रहा है तो प्रोडक्शन अच्छी होगी, अदरवाइज कहते डिमिनिशिंग रिटर्न्स होंगे। डिक्रीज इन फर्टिलिटी ऑफ लैंड, कहते लैंड की जिहड़ी फर्टिलिटी है हौली हौली घटनी स्टार्ट हो जाती है। ठीक है, जिवें जिवें आपां जिहड़े यूनिट्स ऑफ कैपिटल एंड लेबर्स का उन्हां ते ज़्यादा यूज करते हैं। लैस चांसिस ऑफ डिवीजन ऑफ लेबर्स, कहते लैंड ते एक वन पीस ऑफ लैंड ते आपां लेबर नूं ज़्यादा डिवाइड नहीं कर सकते, जबकि आपां इंडस्ट्रीज दे विच लेबर नूं डिवाइड करते हैं, कोई काम करे कोई काम करे। लैस सुपरविजन, कहते एग्रीकल्चर सैक्टर्स दे विच लैस सुपरविजन हुंदी है, उत्थे कहते सुपरवाइज नहीं किया जाता अच्छी तरह लेबर नूं कि वो वर्क कर रही है या नहीं, इस करके भी लॉ ऑफ डिमिनिशिंग रिटर्न्स आउंदे ने एंड इंक्रीजिंग कॉस्ट आउंदी है। लैस यूज ऑफ मशीन्स, कहते उत्थे एग्रीकल्चर सैक्टर दे विच मशीनां दा घट यूज हुंदा। सीजनल ऑक्यूपेशन, कहते एग्रीकल्चर सैक्टर है जिहड़ा वो सीजनल ऑक्यूपेशन है, सीजन ते डिपेंड करती है। एंड डिफरेंट इन द फर्टिलिटी ऑफ लैंड, तो लैंड की जी फर्टिलिटी हो भी डिफरेंट होंगी है, कई लैंड्स के प्रोडक्शन ज़्यादा होंगी है, कई घट होंगी है, जिन्होंने प्रोडक्शन घट होंगी है उन्होंने हाई कॉस्ट ऑफ प्रोडक्शन आएगी, लेकिन प्रोडक्शन उन्होंने घट होएगी। लैंड इज लिमिटेड, लैंड का स्कोप की लिमिटेड है, लैंड इज अ फिक्स फैक्टर है, फिक्स फैक्टर के वेरिएबल्स फैक्टर में ज़्यादा यूज करेंगे, डिस्कास अनएम्प्लॉयमेंट इंक्रीज होएगी, जिस प्रोडक्शन अपनी घटेगी। कहते इस लॉ की डिमिनिशिंग रिटर्न्स वाले लॉ की इंपॉर्टेंस भी है क्योंकि इसको पढ़ के कईयों को फायदा भी है कि क्यों कहते जिवें आपां लेबर का ज़्यादा यूज करते अपनी जी रिटर्न्स ने करते जाते हैं। कहते बेसिस ऑफ द थ्योरी ऑफ पॉपुलेशंस, कहते पॉपुलेशंस पे डिपेंड करता है, पॉपुलेशन इंक्रीज हो रही है, डिमांड्स इंक्रीज हो रही है, लेकिन एग्रीकल्चर सैक्टर के प्रोडक्शन है जी इंक्रीज नहीं हो रही है। रेंट की थ्योरी पे भी डिपेंड करता है एंड थ्योरी ऑफ डिस्ट्रीब्यूशन भी इससे भी बेसिस है। प्रोडक्शन ऑप्टिमम प्रोडक्शन से भी इस लॉ से बेस्ड है, इन्वेंशनस भी इस लॉ से बेस्ड ने, इकनॉमिक डेवलपमेंट से भी लॉ ऑफ फैक्ट पाता है, तो इंडस्ट्रीज के लिए ये लॉ इंपॉर्टेंट है क्योंकि वो चैक किया जाता है कि कितों तक अपनी जी प्रोडक्शन कर सकते हैं। माइग्रेशन ऑफ पॉपुलेशन, कहते मेन रोल ये प्ले करता पॉपुलेशन के माइग्रेशन के विच।
ਤੇ ਉਸ ਤੋਂ ਬਾਅਦ ਹੈ ਆਪਣਾ ਨੈਕਸਟ ਲਾ, ਇਨਕਰੀਜ਼ਿੰਗ ਰਿਟਰਨ ਟੂ ਅ ਫੈਕਟਰ। ਇਨਕਰੀਜ਼ਿੰਗ ਰਿਟਰਨ ਟੂ ਅ ਫੈਕਟਰ ਕਿ ਜਦੋਂ ਆਪਾਂ ਫਿਕਸ ਫੈਕਟਰਸ ਦੇ ਨਾਲ ਵੇਰੀਏਬਲਸ ਫੈਕਟਰ ਨੂੰ ਯੂਜ਼ ਕਰਦੇ ਆ ਤਾਂ ਆਪਣੇ ਜਦੋਂ ਰਿਟਰਨਸ ਕੀ ਆਉਂਦੇ ਨੇ ਪੋਜ਼ਿਟਿਵ ਆਉਂਦੇ ਨੇ, ਜਿੰਨੇ ਆਪਾਂ ਇਨਪੁਟਸ ਜ਼ਿਆਦਾ ਯੂਜ਼ ਕਰਦੇ ਆ ਆਊਟਪੁੱਟ ਉਸ ਤੋਂ ਆਪਣੀ ਕਈ ਗੁਣਾ ਜ਼ਿਆਦਾ ਹੁੰਦੀ ਹੈ। ਇਨਕਰੀਜ਼ਿੰਗ ਰਿਟਰਨ ਟੂ ਅ ਫੈਕਟਰ ਦੇ ਵਿੱਚ ਕੀ ਹੈ, ਇਨਕਰੀਜ਼ਿੰਗ ਰਿਟਰਨ ਟੂ ਅ ਫੈਕਟਰ or law of increasing returns refer to a situations in which total output tends to increase at the increasing rate when more and more unit of variable factors is combined with the help of fixed factors। ਚਲੋ fixed factors ਦੇ ਨਾਲ ਆਪਾਂ more and more ਜਿਹੜੇ variables factors ਨੂੰ use ਕਰਾਂਗੇ ਤਾਂ ਜਦੋਂ ਤਾਂ ਕੀ ਹੋਏਗਾ, ਆਪਣੀ ਜਿਹੜੀ ਫਸਟਲੀ ਪ੍ਰੋਡਕਸ਼ਨ ਹੈ ਜਿਹੜੀ ਉਹ ਕੀ ਹੋਏਗੀ, ਇਨਕਰੀਜ਼ ਹੋਏਗੀ ਇਨਕਰੀਜ਼ਿੰਗ ਰੇਟ ਦੇ ਨਾਲ। ਜਿਵੇਂ ਕਿ ਤੁਸੀਂ लॉ ऑफ इंक्रीजिंग रिटर्न वाला डायग्राम इस देख सकते हो, अपनी टेबल देख सकते हो। लॉ ऑफ इंक्रीजिंग रिटर्न्स मींस इनपुट ਦੇ ਨਾਲੋਂ ਆਊਟਪੁੱਟ ਜ਼ਿਆਦਾ, ਵੇਰੀਏਬਲਸ ਫੈਕਟਰਸ ਨੂੰ ਜਿਵੇਂ ਜਿਵੇਂ ਯੂਜ਼ ਕਰਦੇ ਜਾਵਾਂਗੇ ਤਾਂ ਆਪਣਾ ਇਨਕਰੀਜ਼ਿੰਗ ਰੇਟ ਦੇ ਨਾਲ ਆਪਾਂ ਨੂੰ ਰਿਟਰਨਸ ਮਿਲੇਗੀ, ਆਊਟਪੁੱਟ ਮਿਲੇਗੀ। ਤਾਂ ਇੱਥੇ ਇਨਕਰੀਜ਼ਿੰਗ ਰਿਟਰਨਸ ਉਹ ਫੈਕਟਰ ਹੈ ਕਿ ਇੱਕ ਫੈਕਟਰਸ ਦੇ ਵਿੱਚ ਚੇਂਜ ਨਾਲ ਸ਼ਾਰਟ ਰਨ ਦੇ ਵਿੱਚ ਆਪਾਂ ਆਪਣੀ ਆਊਟਪੁੱਟ ਨੂੰ ਕਿੱਦਾਂ ਇਨਕਰੀਜ਼ ਕਰ ਸਕਦੇ ਹਾਂ। ਯੂਨਿਟਸ ਆਫ ਲੇਬਰ एंड यूनिट्स ऑफ कैपिटल दिखाया है, टोटल प्रोडक्शन दिखाई है, मार्जिनल प्रोडक्शन दिखाई है। फर्स्ट कहते कैपिटल इज अ फिक्स्ड फैक्टर एंड लेबर इज अ वेरिएबल फैक्टर। वन कैपिटल के नाल जो आप वन लेबर यूज करते हैं, टोटल प्रोडक्शन अपनी 4 है, मार्जिनल प्रोडक्शन अपनी 4 है। एंड जो आप नंबर ऑफ यूनिट्स मीनस लेबर के एक यूनिट बढ़ाने वेरिएबल फैक्टर के चेंज करते हैं प्रोडक्शन इंक्रीज करने के लिए शॉर्ट रन के तो अपनी टोटल प्रोडक्शन इंक्रीज होकर 10 हो जाएगी एंड मार्जिनल प्रोडक्शन 10 - 4 = 6। ਉਸ ਤੋਂ ਬਾਅਦ ਇੱਕ ਯੂਨਿਟ ਆਫ ਲੇਬਰ ਹੋਰ ਵਧਾਇਆ 3 ਐਂਡ 1 ਫਿਕਸਡ ਕੈਪੀਟਲ ਦੇ ਨਾਲ, तब अपना जो है 3:1 अपने फैक्टर्स ऑफ प्रोडक्शन यूज कर रहे हैं एंड टोटल प्रोडक्शन इज 18, 10 टू इंक्रीज होके 18 होगी एंड मार्जिनल प्रोडक्शन इज 8 एंड उसके बाद एक लेबर 4 यूज, टोटल प्रोडक्शन इंक्रीज 28 एंड मार्जिनल प्रोडक्शन इज आल्सो इंक्रीज 10 एंड फिर 4 लेबर का यूनिट इंक्रीज किया तो उसके मार्जिनल प्रोडक्शन इंक्रीज हो गए 40 एंड टोटल प्रोडक्शन इंक्रीज हो गए 40 होगी 28 तो एंड मार्जिनल प्रोडक्शन की होगी 10 to 12 होगी। जिमें जिमें नंबर ऑफ लेबर आप ज़्यादा यूज करते जा रहे हैं, वेरिएबल्स फैक्टर्स यूज करते जा रहे हैं, उमें अपनी टोटल प्रोडक्शन इंक्रीजिंग रेट के नाल इंक्रीज होती है तो मार्जिनल प्रोडक्शन भी अपनी की हो रही है, इंक्रीज हो रही है। तो तुसी इत्थे डायग्राम दे विच भी देख सकते हो, 2 डायग्राम्स ने ए एंड बी। ए डायग्राम टोटल प्रोडक्शन शो कर रही है एंड बी डायग्राम मार्जिनल प्रोडक्शन शो कर रही है। ओ एक्स ते यूनिट्स ऑफ वेरिएबल्स फैक्टर्स दिखाए हुए ने, ओ वाई ते टोटल प्रोडक्शन ए डायग्राम दे विच एंड बी डायग्राम दे विच मार्जिनल प्रोडक्शन दिखाई है वो वाई एक्सिस से। तो ये डायग्राम ਦੇ ਵਿੱਚ ਕੀ ਸ਼ੋ ਹੋ ਰਿਹਾ ਹੈ ਕਿ ਯੂਨਿਟਸ ਆਫ ਵੇਰੀਏਬਲਸ ਫੈਕਟਰ ਨੂੰ ਜਿਵੇਂ ਆਪਾਂ ਇਨਕਰੀਜ਼ ਕਰਦੇ ਆ ਤਾਂ ਉਵੇਂ ਆਪਣੀ ਟੋਟਲ ਪ੍ਰੋਡਕਸ਼ਨ ਵੀ ਕੀ ਹੋਏਗੀ, ਇਨਕਰੀਜ਼ ਹੋਏਗੀ ਕਿਉਂਕਿ ਟੀਪੀ ਇਜ਼ ਅ ਲੈਫਟ ਰਾਈਟ ਅਪਵਰਡ ਜੋ ਇਨਕਰੀਜ਼ਿੰਗ ਰਿਟਰਨ ਸ਼ੋ ਕਰ ਰਹੀ ਆ प्रोडक्शन ਦੇ ਵਿੱਚ ਇੰਕਰੀਜ਼ ਸ਼ੋ ਕਰ ਰਹੀ ਹੈ ਕਿ ਇਨਪੁਟਸ ਆਪਾਂ ਵੇਰੀਏਬਲਸ ਫੈਕਟਰ ਆਪਾਂ ਘੱਟ ਲਗਾ ਰਹੇ ਹਾਂ ਲੇਕਿਨ ਆਊਟਪੁੱਟ ਉਸ ਤੋਂ ਕਈ ਗੁਣਾ ਜ਼ਿਆਦਾ ਹੋ ਰਹੀ ਹੈ। एंड एमपी भी अपनी की पॉजिटिव है, सेकंड डायग्राम के लैफ्ट राइट अपवर्ड है जो कि दस रही है इंक्रीज इन मार्जिनल प्रोडक्शन दस रही है कि एक जो लेबर आप यूज करते हैं तो उस लेबर की प्रोडक्टिविटी की हो रही है, इंक्रीज हो रही है, एफिशिएंसी इंक्रीज हो रही है। तो ये की होएगा इंक्रीजिंग रिटर्न टू अ फैक्शन, जो एफिशिएंसी इंक्रीज होएगी लेबर की, लेबर अपने वेजिस के बदले ज्यादा काम करनी तो अपनी कॉस्ट की होगी घट होगी तो इनू डिमिनिशिंग कॉस्ट भी बोलते हैं। इंक्रीजिंग रिटर्न्स एंड डिमिनिशिंग कॉस्ट, रिटर्न्स का इनपुट्स के नालों बढ़ना ते अपना कॉस्ट का घटना क्योंकि कॉस्ट को पे घट कर रहे हैं लेकिन कॉस्ट की प्रोडक्टिविटी ज़्यादा है, एफिशिएंसी इंक्रीज हो रही है। इत्थे की है यूनिट्स ऑफ लेबर दिखाई हुई है एंड टोटल कॉस्ट दिखाई हुई है, टोटल प्रोडक्शन एंड एवरेज कॉस्ट दिखाई हुई है। यूनिट्स ऑफ लेबर एंड कैपिटल किया आप इंक्रीज कर रहे हैं 1 by 1 एंड टोटल कॉस्ट भी अपनी की हो रही है, इंक्रीज हो रही है। टोटल प्रोडक्शन अपनी 4, 10, 18, 28, 40 जिस रेट के नाल टोटल कॉस्ट इंक्रीज हो रही है उसके कंपैरिजन टोटल प्रोडक्शन ज़्यादा इंक्रीज हो रही है जिमें जिमें मैं नंबर ऑफ लेबर भी ज़्यादा यूज करता जा रहा तो एवरेज कॉस्ट है जी मेरी घटती जा रही है। जो फर्स्ट लेबर यूज की 40 टोटल कॉस्ट, टोटल प्रोडक्शन 4, 40 डिवाइड बाय 4 = 10। जो सैकंड लेबर इंक्रीज की वेरिएबल फैक्टर ਨੂੰ ਵਧਾਇਆ ਇਹਨੂੰ प्रोडक्शन ਦੇ ਲਈ तब किया मेरी टोटल कॉस्ट इंक्रीज हो गई 40 to 80 एंड टोटल प्रोडक्शन 4 to 10 एंड एवरेज कॉस्ट 80 डिवाइड बाय 10 = 8 एंड 3 लेबर यूज की तब फिर 6.17 एंड 4 5.70 एंड 5 लेबर यूज की तब फिफ्थ मेरी एवरेज कॉस्ट है। मींस एवरेज कॉस्ट मेरी की हो रही है, डिक्रीज हो रही है
मेरी लेबर इंक्रीज करन दे कंपैरिजन प्रोडक्शन ज़्यादा है, जिहदे करके मेरी प्रोडक्शन ते कॉस्ट की है घट है, एवरेज कॉस्ट डिक्रीज हो रही है। तुसीं इत्थे देख सकते हो डिमिनिशिंग कॉस्ट दे विच जिवें जिवें मैं नंबर ऑफ लेबर्स नूं ज़्यादा इंक्रीज करता जा रहा, नंबर ऑफ लेबर्स एंड कैपिटल्स मीनस 2 फैक्टर्स नूं ज़्यादा इंक्रीज करता जा रहा है। 2 फैक्टर्स दे विच चेंज दिखाया है इन्होंने, जिवें कि मैं लेबर इत्थे कैपिटल 2 फैक्टर्स दे विच चेंज किया, उवें उवें मेरी जिहड़ी एवरेज कॉस्ट है वो की होंदी जा रही है, डिमिनिशिंग होंदी जा रही है। पहला 1 लेबर तो 2 लेबर एंड 4 6 8 10 टू 1 लेबर एंड कैपिटल यूज की 10 सी कॉस्ट 2 8 3 6 4 4 एंड 5 2। ठीक है, जिमें जिमें नंबर ऑफ लेबर्स में इंक्रीज करता जा रहा है, एवरेज कॉस्ट मेरी डिक्रीज होती जा रही है। दिस इज द लॉ ऑफ इंक्रीजिंग रिटर्न्स एंड डिमिनिशिंग कॉस्ट। तब कहते ये लॉ को क्यों अप्लाई होता, कॉजेस ऑफ इंक्रीजिंग रिटर्न टू अ फैक्टर्स की ਇਹਦੇ ਮੇਨ कॉजेस ਕੀ ਨੇ कि इंक्रीजिंग रिटर्न टू अ फैक्टर। द फर्स्ट इज अंडर यूटिलाइजेशन ऑफ द फिक्स्ड फैक्टर्स कि ਜਿਹੜੇ ਫਿਕਸਡ ਫੈਕਟਰਸ ਨੇ ਪਹਿਲਾਂ ਉਹਨਾਂ ਦੀ ਕੁਆਂਟੀਟੀ ਜ਼ਿਆਦਾ ਹੁੰਦੀ ਹੈ, ਜਿਵੇਂ ਕਿ 10 ਹੈਕਟੇਅਰ ਲੈਂਡ ਆ, ਲੇਕਿਨ ਉਹਨਾਂ ਤੇ ਜਿਹੜੇ ਕੰਮ ਕਰਨ ਵਾਲੇ ਕਿੱਤੀ ਨੇ ਲੇਬਰ ਨੇ ਉਹ ਘੱਟ ਹੁੰਦੀ ਆ, ਪ੍ਰੋਪਰ ਪ੍ਰੋਡਕਸ਼ਨ ਆਪਾਂ ਨਹੀਂ ਕਰ ਪਾ ਰਹੇ ਹੁੰਦੇ, ਅੰਡਰ ਯੂਟਿਲਾਈਜੇਸ਼ਨ ਹੁੰਦੀ ਆ, ਮੀਨਸ ਰਿਸੋਰਸਿਸ ਦਾ ਪ੍ਰੋਪਰ ਯੂਜ਼ ਨਹੀਂ ਹੁੰਦਾ। ਤੇ ਜਦੋਂ ਆਪਾਂ ਉਹਤੇ ਲੇਬਰ ਲਗਾਵਾਂਗੇ ਤਾਂ ਉਹਦਾ ਪ੍ਰੋਪਰ ਯੂਜ਼ ਹੋਣਾ ਸਟਾਰਟ ਹੋ ਜਾਂਦਾ ਹੈ, ਤਾਂ ਉਹਦੀ ਜਿਹੜੀ ਪ੍ਰੋਡਕਟਿਵਿਟੀ ਆ ਉਹ ਯੂਜ਼ ਹੋਣੀ ਸਟਾਰਟ ਹੋ ਜਾਂਦੀ ਆ। ਆਪਾਂ ਉਹਦੇ ਜਿਵੇਂ ਜਿਵੇਂ ਲੇਬਰ ਵਧਾਵਾਂਗੇ ਉਵੇਂ ਉਵੇਂ ਪ੍ਰੋਡਕਸ਼ਨ ਇਨਕਰੀਜ਼ ਹੋਏਗੀ। ਸੈਕੰਡ ਇਜ਼ ਇਨਕਰੀਜ਼ ਇਨ ਐਫੀਸ਼ੀਐਂਸੀ, ਕਹਿੰਦੇ ਵਰਕਿੰਗ ਕਪੈਸਿਟੀ ਦੇ ਵਿੱਚ इंक्रीज होना, कहते एफिशिएंसी इंक्रीज होएगी तो प्रोडक्शन भी इंक्रीज होएगी, लॉ ऑफ इंक्रीजिंग रिटर्न्स होंगे। बैटर कोऑर्डिनेशन बिटवीन द फैक्टर्स, कहते फिक्स फैक्टर्स जिवें कि ज्यादा सी वेरिएबल घट सी तो फिक्स फैक्टर्स के नाल जो वेरिएबल फैक्टर की क्वांटिटी इंक्रीज होएगी तो इन्हां दे विच बैटर कॉम्बीनेशन है जिहड़ा वो बनता जाएगा, तो अपने लॉ ऑफ इंक्रीजिंग रिटर्न्स होंगे। तो कहते इहदी जिहड़ी इंडस्ट्रीज दे विच इलास्टिसिटी ऑफ सप्लाई है वो की हुंदी आ, जिन्नी चाहिए तो आप अपनी जी सप्लाई है इंक्रीज कर सकते हैं। न्यू इन्वेंशन से भी ये चीज़ डिपेंड है, डिवीजन ऑफ लेबर ज़्यादा होएगी तो लेबर के अपना काम डिवाइड होएगा तो उन्होंने एफिशिएंसी इंक्रीज होएगी। ठीक है, हर एक बंदा अपने काम के परफेक्ट होएगा तो मशीनरी भी यूज होएगी तो जिसके थ्रू प्रोडक्टिविटी इंक्रीज होएगी। ठीक है, तो लैस इन्फ्लुएंस जो एग्रीकल्चर सैक्टर नेचर से लैस इन्फ्लुएंस होंगी है, जिसके थ्रू भी कहते अपनी जी है प्रोडक्शन ज़्यादा होएगी, क्योंकि उत्थे रेनफॉल सीजनल वेरिएशन का क्लाइमेट का डर नहीं होता है। उस तो बाद है लॉ ऑफ कॉन्सटेंट रिटर्न्स, कहते लॉ ऑफ रिटर्न टू अ फैक्टर दे विच कॉन्सटेंट रिटर्न लॉ भी अप्लाई होता है। कॉन्सटेंट रिटर्न टू अ फैक्टर रेफर्स टू द स्टेज व्हेन increasing application of the variables factors no more result in increasing marginal production or of the factors। कहते ਇਹਦੇ ਵਿੱਚ ਕੀ ਆ, ਜਿੰਨਾ ਆਪਾਂ ਲੇਬਰ ਦੇ ਵਿੱਚ ਯੂਜ਼ ਕਰਦੇ ਆ ਇਨਕਰੀਜ਼ ਕਰਦੇ ਆ ਤਾਂ ਉਨੀ ਆਪਣੀ ਪ੍ਰੋਡਕਸ਼ਨ ਇੰਕਰੀਜ਼ ਹੁੰਦੀ ਆ। ਠੀਕ ਹੈ, ਇਕੁਅਲ ਚੇਂਜ ਹੁੰਦਾ ਹੈ ਪ੍ਰੋਡਕਸ਼ਨ ਦੇ ਵਿੱਚ। ਕਹਿੰਦੇ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਯੂਨਿਟ ਆਫ ਲੇਬਰ 1 2 3 4 5 ਇੰਕਰੀਜ਼ ਹੋ ਰਹੇ ਨੇ, ਯੂਨਿਟ ਆਫ ਕੈਪੀਟਲ ਇਜ਼ ਅ ਫਿਕਸ ਫੈਕਟਰ ਫਿਕਸ ਹੈ, टोटल प्रोडक्शन 5 10 15 20 सेम रेशियो के नाल इंक्रीज हो रही है एंड मार्जिनल प्रोडक्शन सेम है। तो इतने जिमें जिमें आप नंबर ऑफ यूनिट्स ऑफ लेबर में इंक्रीज करते हैं तो सेम रेशियो के नाल अपनी जी टोटल प्रोडक्शन वो इंक्रीज होएगा, तो मार्जिनल प्रोडक्शन भी की होएगी सेम होएगी। दिस इज अ 5 5 5, दिस इज अ लॉ ऑफ कांस्टेंट रिटर्न्स, जिन्ने इनपुट्स उन्ने ही आउटपुट के विच चेंज। तो कांस्टेंट रिटर्न टू अ फैक्टर के विच किया नंबर ऑफ वेरिएबल्स फैक्टर्स मींस ए डायग्राम दे विच तुसीं देख सकते हो, ਉਹਦੇ ਵਿੱਚ ਜਿੰਨਾ ਇੱਕ ਇੱਕ ਯੂਨਿਟ ਵਧਾ ਰਹੇ ਉਹਨਾਂ ਹੀ ਸੇਮ ਟੋਟਲ ਪ੍ਰੋਡਕਸ਼ਨ ਦੇ ਵਿੱਚ ਇੰਕਰੀਜ਼ ਹੋ ਰਿਹਾ। ਤਾਂ ਐਮਪੀ ਇੱਥੇ ਕੀ ਆ, ਐਕਸ ਐਕਸਿਸ ਦੇ ਪੈਰਲਲ ਹੈ, ਬੀ ਡਾਇਗਰਾਮ ਦੇ ਵਿੱਚ ਤਾਂ ਕੀ ਆ ਕਾਂਸਟੈਂਟ ਹੈ, ਇੱਥੇ 5 ਐਮਪੀ ਹੈ। ਇਹ ਹਰ ਇੱਕ ਜਿਹੜਾ ਲੇਬਰ ਆਪਾਂ ਯੂਜ਼ ਕਰਦੇ ਹਾਂ ਉਹਦੀ ਜਿਹੜੀ ਪ੍ਰੋਡਕਸ਼ਨ ਕੈਪੈਸਿਟੀ ਹੈ ਦਿਸ ਇਜ਼ ਅ 5। ਕਹਿੰਦੇ ਕਾਂਸਟੈਂਟ ਰਿਟਰਨ ਵਾਲਾ ਲਾਅ ਕਿਉਂ ਅਪਲਾਈ ਹੁੰਦਾ, ਕਿਉਂਕਿ ਇੱਥੇ ਸੈਕੰਡ ਸਟੇਜ ਹੈ, ਇੱਥੇ ਆਪਟੀਮਮ ਯੂਟਿਲਾਈਜੇਸ਼ਨ ਆਫ ਦ ਫਿਕਸ ਫੈਕਟਰਸ, ਜਿਹੜਾ ਆਪਣਾ ਫਿਕਸ ਫੈਕਟਰ ਉਹਦੀ ਆਪਟੀਮਮ ਯੂਟਿਲਾਈਜੇਸ਼ਨ ਹੁੰਦੀ ਹੈ ਉਹ ਸਟਾਰਟ ਹੋ ਜਾਂਦੀ। ਜਿਵੇਂ ਕਿ 10 ਏਕੜ ਲੈਂਡ ਤੇ ਸਿਰਫ 1 ਲੇਬਰ ਯੂਜ਼ ਸੀ, ਹੁਣ 10 ਏਕੜ ਲੈਂਡ ਤੇ 3 ਲੇਬਰ ਜਿੰਨੀ ਉਹਨੂੰ ਚਾਹੀਦੀ ਉਹ ਨਹੀਂ ਮਿਲ ਗਈ। ਦਿਸ ਇਜ਼ ਅ ਆਪਟੀਮਮ ਯੂਟਿਲਾਈਜੇਸ਼ਨ ਆਫ ਫਿਕਸਡ ਫੈਕਟਰਸ। ਐਂਡ ਆਈਡਲ ਫੈਕਟਰ ਰੇਸ਼ੀਓ, ਕਹਿੰਦੇ ਆਈਡਲ ਫੈਕਟਰ ਰੇਸ਼ੀਓ ਹੁੰਦੀ ਹੈ ਇੱਥੋਂ ਤੱਕ ਆਪਾਂ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰ ਸਕਦੇ ਹਾਂ। ਮੋਰ ਐਫੀਸ਼ੀਐਂਟ ਯੂਟਿਲਾਈਜੇਸ਼ਨ ਆਫ ਵੇਰੀਏਬਲਸ ਫੈਕਟਰਸ, ਕਹਿੰਦੇ ਇਹਨੂੰ ਐਫੀਸ਼ੀਐਂਟਲੀ ਵੇਰੀਏਬਲਸ ਫੈਕਟਰਸ ਨੂੰ ਇੱਥੇ ਆਪਾਂ ਯੂਜ਼ ਕੀਤਾ ਹੁੰਦਾ ਹੈ। तो ये तो सीगा अपना लॉ ऑफ रिटर्न टू आ फैक्टर्स, 3 लॉज सी जेडे। ते उस तो बाद है अपना रिटर्न टू स्केल, जेड़ा अपना 9th यूनिट है रिटर्न टू स्केल। ठीक है, रिटर्न टू स्केल दे विच की है, कहंदे रिटर्न टू स्केल डिस्क्राइब द बिहेवियर ऑफ टोटल आउटपुट एज ऑल इनपुट्स आर वेरिड
ਬਾय द सेम ਪ੍ਰੋਪੋਰਸ਼ਨਸ ਇਟ ਇਜ਼ ਅ ਲੌਂਗ ਰਨ ਕਨਸੈਪਟ। ਕਹਿੰਦੇ ਲੌਂਗ ਰਨ ਦੇ ਵਿੱਚ ਜਦੋਂ ਆਪਾਂ ਨੇ ਆਪਣੀ ਜਿਹੜੀ ਹੈ ਪ੍ਰੋਡਕਸ਼ਨ ਸਪਲਾਈ ਉਹਨੂੰ ਇਨਕਰੀਜ਼ ਕਰਨਾ ਹੁੰਦਾ ਤਾਂ ਆਪਾਂ ਜਿਹੜੇ ਆਲ ਫੈਕਟਰ ਆਫ ਪ੍ਰੋਡਕਸ਼ਨਸ ਨੇ ਲੈਂਡ ਲੇਬਰ ਕੈਪੀਟਲ ਆ ਤਿੰਨਾਂ ਦੇ ਵਿੱਚ ਚੇਂਜ ਕਰ ਸਕਦੇ ਹਾਂ। ਤਿੰਨਾਂ ਦੇ ਵਿੱਚ ਤਿੰਨਾਂ ਨੂੰ ਇਨਕਰੀਜ਼ ਕਰ ਸਕਦੇ ਆਪਾਂ। ਬਿਲਡਿੰਗ ਦਾ ਸਾਈਜ਼ ਵੀ ਬੜਾ ਕਰ ਸਕਦੇ ਹਾਂ, ਲੈਂਡ ਵੀ ਲੈ ਸਕਦੇ ਹਾਂ, ਫਰਮ ਵੀ ਬਣਾ ਸਕਦੇ ਹਾਂ, ठीक है, कैपिटल भी मशीनरी भी सब कुछ चेंज कर सकते हैं। कहते इन लॉन्ग रन आउटपुट कैन बी इंक्रीज बाय इंक्रीजिंग ऑल फैक्टर्स इन द सेम प्रपोर्शन एंड डिफरेंट प्रपोर्शन। तो इन्हां दे विच आपां सेम रेशो दे विच भी चेंज कर सकते हैं, डिफरेंट रेशो दे विच भी चेंज कर सकते हैं। लॉ ऑफ रिटर्न टू स्केल रेफर टू इंक्रीज इन आउटपुट एज अ रिजल्ट ऑफ इंक्रीज इन ऑल फैक्टर्स इन द सेम प्रपोर्शन सच एज इंक्रीज इन आउटपुट इज कॉल्ड रिटर्न टू स्केल। पैमाने दे प्रतिफल दा नियम कि सारे फैक्टर्स के विच चेंज करके लॉन्ग रन दे विच अपनी प्रोडक्शन को इंक्रीज करना। तो आप कह सकते हैं कि प्रोडक्शन इज इक्वल टू फंक्शन ऑफ लेबर कैपिटल, ठीक है, एंड लैंड तीनों का फैक्टर है। तीनों के विच आपां MFM जिहड़ी है क्वांटिटी वो इंक्रीज कर सकते हैं, सेम प्रपोर्शन इंक्रीज करते हैं। तो ये भी कहते हैं सेम प्रपोर्शन के जो आप सारे फैक्टर्स के विच इंक्रीज करते हैं तो 3 फेसिस आउंदे ने। फर्स्ट इज कांस्टेंट रिटर्न टू स्केल, सैकेंड इज diminishing return to scale and third is increasing return to scale। तब पैमाने का प्रतिफल का नियम सानू दसदा है कि पैमाने के प्रतिफल के संबंध सारे साधनों में होने वाले परिवर्तन के फलस्वरूप कुल उत्पादन में होने वाले परिवर्तनों तो है। एक दीर्घकालीन धारणा है कि लॉन्ग रन के जिहड़ा ये लॉ है रिटर्न टू अ स्केल अप्लाई होता है, क्योंकि सारे फैक्टर्स के चेंज करके आप जिहड़ी अपनी आउटपुट है उन्होंने की कर सकते हैं, इंक्रीज कर सकते हैं इन अ लॉन्ग रन। तो तुसी इस टेबल दे विच देख सकते हो पैमाने के प्रतिफल के नियम। कहते पैमाने के प्रतिफल के नियम दे विच 3 एस्पेक्ट्स आउंदे ने रिटर्न टू स्केल। फर्स्ट इज इंक्रीजिंग रिटर्न टू स्केल एंड सैकेंड इज अ कांस्टेंट रिटर्न टू स्केल एंड थर्ड इज अ डिक्रीजिंग रिटर्न टू स्केल। तो ये विच मान लो कहते अपने को 2 फैक्टर ऑफ प्रोडक्शंस ने, ठीक है। 2 फैक्टर ऑफ प्रोडक्शंस किहड़े ने, एक तो लेबर एक कैपिटल है। तो लॉन्ग रन दे विच ये दोनों फैक्टर्स की ने, वेरिएबल फैक्टर्स ने। दोनों की क्वांटिटी को इंक्रीज करके आप अपनी जी प्रोडक्शन इंक्रीज कर सकते हैं। तो इन्होंने दोनों की क्वांटिटी सेम रेशो के नाल इंक्रीज हो रही है। तो इत्थे तुसीं देख सकते हो रिटर्न टू अ स्केल का टेबल। तो यूनिट्स ऑफ लेबर दिते हुए हैं, यूनिट्स ऑफ कैपिटल दिते हुए हैं, परसेंटेज इंक्रीज इन लेबर एंड कैपिटल दी हुई है, कितने परसेंट दोनों के इंक्रीज होया, टोटल प्रोडक्शन दी हुई है एंड परसेंटेज इंक्रीज इन टोटल प्रोडक्शन दी हुई है। दोनों की प्रोडक्शन कड्डी हुई है। तो आप प्रोडक्शन में कंपैरिजन करेंगे, इनपुट के आउटपुट की प्रोडक्शन कंपैरिजन करांगे। ते अपने इत्थे की है परसेंटेज को कंपैरिजन करना है, लेबर ते कैपिटल ते कॉस्ट कितनी आ रही है एंड उस तो बाद टोटल प्रोडक्शन कितनी हो रही है। तो फर्स्टली की है यूनिट ऑफ लेबर आप 1 यूज कर रहे हैं, यूनिट ऑफ कैपिटल आप 2 यूज कर रहे हैं। परसेंटेज इंक्रीज इन लेबर एंड कैपिटल नहीं पता एंड टोटल प्रोडक्शन 10 है एंड परसेंटेज इंक्रीज इन टोटल प्रोडक्शन नहीं, क्योंकि फर्स्टली अपने ये स्टार्ट किया है। एंड सैकेंड इज द नंबर ऑफ यूनिट्स ते यूनिट्स ऑफ लेबर दे विच अपने इंक्रीज किया 1 दा 1 लेबर इंक्रीज की एंड कैपिटल अपने 2 इंक्रीज की 2 तो 4, ठीक है, 2 इंक्रीज की। तो परसेंटेज इंक्रीज इन लेबर एंड कैपिटल कटांगे तो अपना परसेंटेज इंक्रीज कितना रह जाएगा इज इक्वल टू 100। परसेंटेज इंक्रीज अपना 100 हो गया, वो कितना कर सकते हैं आप अपना माइनस करके दोनों 2 - 1 डिवाइड बाय 100 इंटू 100 एंड 4 - 2 डिवाइड बाय 100, ठीक है। तो इस तरह आप जी अपनी है रेशो कटांगे तो परसेंटेज इंक्रीज इन लेबर एंड कैपिटल इज 100 एंड टोटल प्रोडक्शन अपनी उत्ते की हो रही है 30 हो रही है एंड परसेंटेज इंक्रीज इन टोटल प्रोडक्शन की है 30 - 10 इंटू 100 डिवाइड बाय 100 इज इक्वल टू 200। तो इतने 200 है जो अपना वो है टोटल प्रोडक्शन एंड अपनी परसेंटेज इंक्रीज कितना लेबर ते कैपिटल दे विच 100 लेकिन टोटल प्रोडक्शन की है 200। तो इत्थे रेशियो के नालों लेबर एंड कैपिटल के चेंज के नालों कॉस्ट के नालों अपनी टोटल प्रोडक्शन की है 100 ज़्यादा है एंड 3 लेबर इंक्रीज की फिर एंड उस तो बाद 1 यूनिट लेबर का इंक्रीज करके लेबर की क्वांटिटी 3 होगी एंड अपनी कैपिटल के विच इंक्रीज 2 किया तो 6 होगी 42 एंड परसेंटेज चेंज कितना है लेबर ते कैपिटल के विच 50 ते उस तो बाद जरा अपना टोटल प्रोडक्शन इंक्रीज हो गया 60 एंड टोटल प्रोडक्शन का परसेंटेज 60 - 30 डिवाइड बाय 100 इंटू 100 इज इक्वल टू 100, ठीक है। जिमें कि इत्थे तुसीं देख सकते हो कि 50 अपनी रेशियो है लेबर ते कैपिटल दे विच चेंज दी एंड उस तो बाद परसेंटेज इंक्रीज इन टोटल प्रोडक्शन इज इक्वल टू 100 मींस कि 50 नालों 100 ज्यादा है, ज़्यादा है कॉस्ट के नालों।
उस तो बाद तुसी देख सकते हो 4th एंड 5th लेवल यूज की ਤਾਂ ਉਦੋਂ ਆਪਣੀ ਜਿਹੜੀ ਹੈ ਯੂਨਿਟਸ ਆਫ ਕੈਪੀਟल्स 8 to 10 ਐਂਡ ਲੇਬਰ ਤੇ ਕੈਪੀਟਲ ਦੇ ਵਿੱਚ ਇਨਕਰੀਜ਼ 50 to 33 ठीक है एंड टोटल प्रोडक्शन इंक्रीज हो गए 60 to 80 एंड ਜਿਹੜਾ ਹੈ परसेंटेज चेंज इन टोटल प्रोडक्शन 33 ਉਸ ਤੋਂ ਬਾਅਦ 5th लेवल यूज ਕੀਤੀ एंड 10 कैपिटल 25 रेशियो लेबर एंड कैपिटल दी एंड टोटल प्रोडक्शन 100 एंड टोटल प्रोडक्शन ਦਾ परसेंटेज 25 ਉਸ ਤੋਂ ਬਾਅਦ 6 7 8 लेबर यूज ਕੀਤੀ ਤਾਂ टोटल प्रोडक्शन ਸਾਡੀ 110 120 125 ਹੈ एंड परसेंटेज ਕੀ ਹੈ 10 9 4 ਤਾਂ ਤੁਸੀਂ ਕਹਿੰਦੇ ਲੇਬਰ ਤੇ ਕੈਪੀਟਲ ਦੀ ਪਰਸੈਂਟੇਜ ਤੇ ਟੋਟਲ ਪ੍ਰੋਡਕਸ਼ਨ ਆ ਜਿਹੜੀ ਉਹਨਾਂ ਦੋਨਾਂ ਦੀ ਪਰਸੈਂਟੇਜ ਨੂੰ ਕੰਪੈਰੀਜ਼ਨ ਕਰ ਸਕਦੇ ਹੋ ਤਾਂ ਜਦੋਂ ਸੈਕੰਡ ਤੇ ਥਰਡ ਲੇਬਰ ਆਪਾਂ ਨੇ ਯੂਜ਼ ਕੀਤੀ ਦੋਨਾਂ ਦੇ ਇੱਕ ਇੱਕ ਦੋ ਰੇਸ਼ੀਓ ਇਨਕਰੀਜ਼ ਕੀਤੀ ਸੇਮ ਪ੍ਰਪੋਰਸ਼ਨ ਦੇ ਨਾਲ 1 ਲੇਬਰ ਦੀ ਇਨਕਰੀਜ਼ ਕਰ ਰਹੇ ਆ ਐਂਡ 2 ਕੈਪੀਟਲ ਦੀ ਇਨਕਰੀਜ਼ ਕਰ ਰਹੇ ਆ ਤਾਂ ਕਿ ਆਪਣੀ ਜੋ ਲੇਬਰ ਤੇ ਕੈਪੀਟਲ ਦੀ ਪਰਸੈਂਟੇਜ ਹੈ ਉਸ ਦੇ ਨਾਲੋਂ ਟੋਟਲ ਪ੍ਰੋਡਕਸ਼ਨ ਜ਼ਿਆਦਾ ਹੈ ਮੀਨਸ ਜਿੰਨੇ ਇਨਪੁਟਸ ਯੂਜ਼ ਕਰ ਰਹੇ ਆ और ਉਹਦੇ ਨਾਲੋਂ ਆਪਣੀ ਜਿਹੜੇ ਆਊਟਪੁੱਟਸ ਨੇ ਉਹ ਜ਼ਿਆਦਾ ਨੇ ਇਨਪੁਟਸ ਆਪਣੇ 100 ਤੇ 50 ਹੈ ਲੇਕਿਨ ਆਊਟਪੁੱਟ ਆਪਣੀ 200 ਤੇ 100 ਹੈ ਮੀਨਸ ਦਿਸ ਇਜ਼ ਅ ਇਨਕਰੀਜ਼ਿੰਗ ਰਿਟਰਨਸ ਕਿ ਅਗਰ 100 ਇਨਪੁਟਸ ਲਗਾ ਰਹੇ ਆ ਤਾਂ ਆਊਟਪੁੱਟ 200 ਹੋ ਰਹੀ ਹੈ 50 ਇਨਪੁਟਸ ਲਗਾ ਰਹੇ ਆ ਆਊਟਪੁੱਟ 100 ਹੋ ਰਿਹਾ ਤਾਂ ਦਿਸ ਇਜ਼ ਅ ਇਨਕਰੀਜ਼ਿੰਗ ਰਿਟਰਨ ਟੂ ਅ ਸਕੇਲ ਵਿਦ ਸਾਰੇ ਫੈਕਟਰਸ ਦੇ ਵਿੱਚ ਚੇਂਜ ਕਰਨ ਦੇ ਨਾਲ ਸਾਰੇ ਫੈਕਟਰਸ ਤੇ 2 ਫੈਕਟਰਸ ਲਿਖਦੇ ਹੋਏ ਨੇ ਸੈਕੰਡ ਤੇ ਕੀ ਹੈ ਕਾਂਸਟੈਂਟ ਰਿਟਰਨਸ ਮੀਨਸ ਜਿੰਨੇ ਇਨਪੁਟਸ ਉਨੇ ਹੀ ਆਊਟਪੁੱਟ ਅਗਰ ਇਨਪੁਟਸ ਕੈਪੀਟਲ ਤੇ ਲੇਬਰ ਆਪਾਂ 33 कॉस्ट लगा रहे हैं तो आउटपुट भी अपनी 33 है अगर इनपुट्स अपन 25 बरत रहे हैं तो अपनी आउटपुट भी 25 ही है टोटल प्रोडक्शन की परसेंटेज भी 25 है जिन्हें इनपुट्स ओनली आउटपुट दिस इज अ कांस्टेंट रिटर्न टू अ फैक्टर एंड उस तो बाद डिक्रीज की इनपुट्स ਦੇ ਨਾਲੋਂ ਆਊਟਪੁੱਟ ਸਾਡੀ ਘੱਟ ਹੋ ਰਹੀ ਹੈ ਜਿੰਨਾ ਚੇਂਜ ਆਪਾਂ ਲੇਬਰ ਤੇ ਕੈਪੀਟਲ ਦੇ ਵਿੱਚ ਕਰ ਰਹੇ ਹਾਂ ਆਊਟਪੁੱਟ ਉਸ ਦੇ ਨਾਲੋਂ ਸਾਡੀ ਘੱਟ ਹੈ ਤਾਂ ਇੱਥੇ ਪਰਸੈਂਟੇਜ ਚੇਂਜ ਤੁਸੀਂ ਦੇਖ ਸਕਦੇ ਹੋ 16 14 ਚੇਂਜ ਇਨ ਲੇਬਰ ਐਂਡ ਕੈਪੀਟਲ ਦੇ ਵਿੱਚ ਹੈ ਐਂਡ ਉਸ ਤੋਂ ਬਾਅਦ ਟੋਟਲ ਪ੍ਰੋਡਕਸ਼ਨ ਦੇ ਵਿੱਚ ਚੇਂਜ 10 9 4 एक कट है टोटल प्रोडक्शन किदे नालों इनपुट्स दे नालों दैट दिस इज द डिक्रीजिंग रिटर्न्स मींस इनपुट्स दे नालों साडी आउटपुट कट है ਜਦੋਂ ਸਾਰੇ ਫੈਕਟਰਸ ਦੇ ਵਿੱਚ ਆਪਾਂ ਚੇਂਜ ਕਰਾਂਗੇ ਤਾਂ ਜਿਹੜੇ 3 ਲਾਅ ਨੇ ਇੱਥੇ ਅਪਲਾਈ ਹੋਣਗੇ ਤਾਂ ਤੁਸੀਂ ਡਾਇਗਰਾਮ ਦੇਖ ਸਕਦੇ ਹੋ ਫਰਸਟ ਇਜ਼ ਦਾ ਇਨਕਰੀਜ਼ਿੰਗ ਰਿਟਰਨ ਟੂ ਅ ਫੈਕਟਰ ਕਿ ਇਨਪੁਟਸ ਦੇ ਨਾਲੋਂ ਆਊਟਪੁੱਟ ਆਪਣੀ ਜ਼ਿਆਦਾ ਹੋਏਗੀ ਕਹਿੰਦੇ ਇੱਥੇ ਕੀ ਦਿਖਾਇਆ ਹੋਇਆ ਆਪਣਾ ओ एक्सिस पे परसेंटेज इंक्रीज इन ऑल फैक्टर इनपुट्स दिखाया हुआ है एंड ओ वाई पे परसेंटेज इंक्रीज इन आउटपुट दिखाया हुआ है तो इनपुट्स ਦੇ ਵਿੱਚ ਚੇਂਜ ਕੀਤਾ ਦੋ ਇਨਪੁਟਸ ਨੇ ਲੇਬਰ ਐਂਡ ਕੈਪੀਟਲ ਉਹਦੇ ਵਿੱਚ ਪਹਿਲਾਂ 10 ਲੇਬਰ ਐਂਡ ਕੈਪੀਟਲ ਯੂਜ਼ ਹੁੰਦੀ ਸੀ ਆਪਣੀ ਇਨਪੁਟਸ 10 ਸੀਗੀ ਐਂਡ ਆਊਟਪੁੱਟ ਕਿੰਨੀ ਸੀ 15 ਸੀਗੀ ਇਨਪੁਟਸ ਨੂੰ ਇਨਕਰੀਜ਼ ਕੀਤਾ सारे फैक्टर्स ਨੂੰ ਇਨਕਰੀਜ਼ ਕੀਤਾ 10 to 15 ਐਂਡ ਉਧਰ ਆਊਟਪੁੱਟ ਕਿੰਨੀ ਇਨਕਰੀਜ਼ ਹੋ ਗਈ ਸਾਡੀ 15 to 25 ਜਿੱਧਰ 5% ਸਾਡੇ ਇਨਪੁਟ ਇਨਕਰੀਜ਼ ਹੋਈ ਆ ਉਧਰ 10% ਸਾਡੀ ਕੀ ਆ ਆਊਟਪੁੱਟ ਇਨਕਰੀਜ਼ ਹੋਈ ਇਨਪੁਟਸ ਦੇ ਨਾਲੋਂ ਆਊਟਪੁੱਟ ਜ਼ਿਆਦਾ ਹੋ ਰਹੀ ਹੈ ਦਿਸ ਇਜ਼ ਅ ਇਨਕਰੀਜ਼ਿੰਗ ਰਿਟਰਨ ਟੂ ਅ ਸਕੇਲ ਕਿਉਂਕਿ ਉਹ ਐਕਸ ਪੋਜ਼ਿਟਿਵ ਹੈ ਆਪਣੀ ਪ੍ਰੋਡਕਸ਼ਨ ਕਰਵ ਪੋਜ਼ਿਟਿਵ ਹੈ ਜੋ ਸਾਨੂੰ ਪੋਜ਼ਿਟਿਵ ਰਿਲੇਸ਼ਨਸ਼ਿਪ ਦੱਸਦੀ ਹੈ ਜਿੰਨੇ ਇਨਪੁਟਸ ਆਊਟਪੁੱਟ ਉਸ ਤੋਂ ਕਈ ਗੁਣਾ ਜ਼ਿਆਦਾ ਦਿਸ ਇਜ਼ ਅ ਇਨਕਰੀਜ਼ਿੰਗ ਰਿਟਰਨ ਟੂ ਅ ਸਕੇਲ and constant return to a scale ਦੇ ਵਿੱਚ ਕੀ ਹੋਏਗਾ percentage increase in all factors of input equal to percentage increase in output ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ OQ curve ਹੈ ਜਿਹੜੀ ਸਾਡੀ ਇਹ production curve ਹੈ and 45 डिग्री ਦੇ ਐਂਗਲ ਤੇ ਹੈ ਜੋ ਸਾਨੂੰ ਇਕੁਅਲ ਚੇਂਜ ਦੱਸ ਰਹੀ ਹੈ ਦੋਨੇ ਸਾਈਡਸ ਦਾ ਤਾਂ ਇੱਥੇ ਜਿੰਨੇ ਆਪਾਂ all factors ਮੀਨਸ ਇਨਪੁਟਸ ਦੇ ਵਿੱਚ ਚੇਂਜ ਕਰ ਰਹੇ ਹਾਂ ਉਨਾ ਹੀ ਆਪਣਾ ਆਊਟਪੁੱਟ ਚੇਂਜ ਹੈ ਪਹਿਲਾਂ ਆਪਣੇ ਇਨਪੁਟਸ ਕਿੰਨੇ ਸੀ 10 ਸੀ ਆਊਟਪੁੱਟ ਵੀ 10 ਸੀ ਹੁਣ ਸਾਰੇ ਫੈਕਟਰਸ ਚੇਂਜ ਕੀਤੇ 10 to 20 10% ਇਨਕਰੀਜ਼ ਕੀਤੇ ਉਧਰ ਆਪਣਾ ਆਊਟਪੁੱਟ ਵੀ ਇਨਕਰੀਜ਼ ਹੋ ਗਿਆ ਕਿੰਨਾ ਹੋ ਗਿਆ 10 to 20 ਹੋ ਗਿਆ ਠੀਕ ਹੈ 10% ਹੀ ਆਊਟਪੁੱਟ ਆਪਣੀ ਇਨਕਰੀਜ਼ ਹੋਈ ਹੈ ਜਿੰਨੀ ਕਾਸਟ ਲੱਗੀ ਹੈ ਉਨਾ ਹੀ ਰੈਵਨਿਊ ਹੋਇਆ ਉਨੀ ਹੀ ਪ੍ਰੋਡਕਸ਼ਨ ਹੋਈ ਹੈ ਜਿੰਨੀ ਆਪਾਂ ਨੇ ਇਨਪੁਟਸ ਯੂਜ਼ ਕੀਤੇ ਨੇ ਠੀਕ ਹੈ this is the constant return to a scale and ਉਸ ਤੋਂ ਬਾਅਦ diminishing return to a scale diminishing return to a scale ਦੇ ਵਿੱਚ ਕੀ ਹੈ ਕਿ ਆਪਾਂ ਨੇ ਜਿੰਨੇ ਇਨਪੁਟਸ ਯੂਜ਼ ਕੀਤੇ ਨੇ ਜਿੰਨਾ ਇਨਪੁਟਸ ਦੇ ਵਿੱਚ ਚੇਂਜ ਕੀਤਾ ਹੈ ਆਊਟਪੁੱਟ ਉਸ ਦੇ ਨਾਲ ਆਪਣੀ ਕੀ ਹੋਈ ਹੈ ਘੱਟ ਹੋਈ ਹੈ this is the diminishing return to scale diminishing returns to scale ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਆਊਟਪੁੱਟ ਦੇ ਵਿੱਚ ਇਨਕਰੀਜ਼ ਹੈ ਜੋ 10 to 16.5 इंक्रीज हो रही है लेकिन अपने इनपुट्स ਦੇ ਵਿੱਚ ਚੇਂਜ ਕਿੰਨਾ ਹੈ 15 to 25 10% ਦਾ ਚੇਂਜ ਹੈ ਲੇਕਿਨ ਆਊਟਪੁੱਟ ਸਿਰਫ 6.5% ਇਨਕਰੀਜ਼ ਹੋਈ ਹੈ that is why ਇਨਪੁਟਸ ਦੇ ਨਾਲੋਂ ਆਊਟਪੁੱਟ ਘੱਟ ਹੈ this is the diminishing return to a scale means ਇਨਪੁਟਸ ਦੇ ਨਾਲ ਆਊਟਪੁੱਟ ਘੱਟ ਤਾਂ ਇਹ 3 ਲਾਅ ਨੇ ਜਿਹੜੇ ਰਿਟਰਨ ਟੂ ਅ ਸਕੇਲ ਦੇ ਵਿੱਚ ਕੀ ਹੋ ਰਹੇ ਨੇ ਅਪਲਾਈ ਹੋ ਰਹੇ ਨੇ ਕਹਿੰਦੇ ਇਕਨੋਮਿਕਸ ਆਫ ਸਕੇਲਸ ਦੇ ਸਕੇਲ ਨੂੰ ਕਹਿੰਦੇ 2 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈ ਕਿ 2 ਟਾਈਪਸ ਆਫ ਜਿਹੜੇ ਇੰਪੈਕਟ ਨੇ ਸਾਡੀ ਇਕਨੋਮੀ ਤੇ ਪੈਂਦੇ ਨੇ ਕਿਸ ਤੇ
ਆਪਣੇ ਰਿਟਰਨ ਟੂ ਸਕੇਲ ਦੇ, ਫਿਰ ਉਸ ਲੌਂਗ ਰਨ ਦੇ ਵਿੱਚ ਆਪਾਂ ਸਾਰੇ ਫੈਕਟਰਸ ਨੂੰ ਚੇਂਜ ਕਰਦੇ ਹਾਂ। ਤਾਂ ਇਹਦੇ ਵਿੱਚ ਕੀ ਹੁੰਦਾ, ਇੰਟਰਨਲ ਇਕਨੋਮਿਕਸਿਸ ਐਂਡ ਐਕਸਟਰਨਲ ਇਕਨੋਮਿਕਸਿਸ, ਕਹਿੰਦੇ ਇਹਦੇ ਵਿੱਚ ਅੰਦਰੂਨੀ ਬਚਤਾਂ ਤੇ ਬਾਹਰੀ ਬਚਤਾਂ ਹੁੰਦੀਆਂ ਨੇ। ਤਾਂ ਅੰਦਰੂਨੀ ਬਚਤਾਂ ਇੰਟਰਨਲ ਇਕਨੋਮਿਕਸਿਸ ਕੀ ਹੁੰਦੀਆਂ ਨੇ, ਸਭ ਤੋਂ ਪਹਿਲਾਂ ਉਹ ਦੇਖਦੇ ਹਾਂ। ਕਹਿੰਦੇ ਵੈਨ ਅ ਫਰਮ ਇਨਕਰੀਜ਼ਸ ਇਟਸ ਸਕੇਲ ਆਫ ਪ੍ਰੋਡਕਸ਼ਨ ਇਟ ਇੰਜੋਏ ਸੈਵਰਲ ਇਕਨੋਮਿਕਸ। ਜਦੋਂ ਕਹਿੰਦੇ ਇੱਕ ਜਿਹੜੀ ਫਰਮ ਹੈ ਉਹ ਸਾਰੇ ਫੈਕਟਰਸ ਦੇ ਵਿੱਚ ਚੇਂਜ ਕਰਦੀ ਹੈ ਆਪਣੇ ਦੇ ਵਿੱਚ, ਤਾਂ ਉਹ ਕੀ ਕਰਦੀ ਹੈ, ਇੰਟਰਨਲੀ ਕੀ ਕਰਦੀ ਆ, benefit gain ਕਰਦੀ ਆ। ਤਾਂ ਇਹਨੂੰ ਬੋਲਦੇ ਆਪਾਂ ਇੰਟਰਨਲ ਇਕਨੋਮਿਕਸ। ਕਹਿੰਦੇ ਇਨਕਰੀਜ਼ਿੰਗ ਰਿਟਰਨ ਟੂ ਸਕੇਲ ਆਰ ਡਿਊ ਟੂ ਇੰਟਰਨਲ ਇਕਨੋਮਿਕਸ, देयर आर those economics which are firm specifics। ਕਹਿੰਦੇ ਜੋ ਫਰਮ ਇਨਪੁट्स लगाएगी आउटपुट भी उसी फॉर्म्स में होएगी, मींस उसी फॉर्म ਨੂੰ ਕੀ ਹੋਏਗਾ, ਬੈਨੀਫਿਟਸ ਹੋਏਗਾ। ਜਿਵੇਂ ਕਿ ਰੀਅਲ ਇਕਨੋਮਿਕਸ ਦੇ ਵਿੱਚ ਲੇਬਰ ਸਪੈਸ਼ਲਾਈਜੇਸ਼ਨ ਆ, ਉਹਨੇ ਸਪੈਸ਼ਲ टाइप ऑफ लेबर लगाई है, स्किल्ड लेबर लगाई है, तो उस स्किल लेबर का जरा है बेनिफिट उन्होंने खुद ਨੂੰ है। टेक्निकल इंप्रूवमेंट ਕੀਤੀ ਹੈ ਇੱਕ ਫਰਮ ਨੇ, ਤਾਂ ਟੈਕਨੀਕਲ ਇੰਪਰੂਵਮੈਂਟ ਦੇ ਥਰੂ ਉਹਦੀ ਪ੍ਰੋਡਕਸ਼ਨ ਕੀ ਹੋਏਗੀ, ਇੰਕਰੀਜ਼ ਹੋਏਗੀ, ਕਿਉਂਕਿ ਐਫੀਸ਼ੀਐਂਸੀ ਇੰਕਰੀਜ਼ ਹੋਏਗੀ। ਕਹਿੰਦੇ ਇੰਕਰੀਜ਼ਿੰਗ ਰਿਟਰਨਸ ਆਉਣਗੇ, ਠੀਕ ਹੈ, ਐਂਡ ਲਿੰਕ ਬਣਗੇ ਇਕਨੋਮਿਕਸ ਆਫ ਲਿੰਕਡ ਪ੍ਰੋਸੈਸ। ਕਹਿੰਦੇ ਡਿਫਰੈਂਟ ਇੰਡਸਟਰੀਜ਼ ਦੇ ਨਾਲ ਜਿਨ੍ਹਾਂ ਦਾ ਉਹਨੂੰ ਕੀ ਹੋਏਗਾ, ਬੈਨੀਫਿਟ ਹੋਏਗਾ। ਕਹਿੰਦੇ ਯੂਜ਼ ਬਾਈ ਪ੍ਰੋਡਕਟ, ਡਿਫਰੈਂਟ ਟਾਈਪਸ ਆਫ ਪ੍ਰੋਡਕਟਸ ਨੇ ਜਿਹੜੇ ਉਹ ਉਹਨਾਂ ਨਾਲ ਉਹਨਾਂ ਦੀ बच होएगी, तो उन्होंने की कर सकते, पेपर आउट ऑफ कोल एंड वेस्टेज, दिस डिफरेंट प्रोडक्ट्स और न्यू प्रोडक्ट्स नु बना सकते हैं। इन्वेंटरी इकनॉमिक्स होएगी, सेल एंड मार्केटिंग इकनॉमिक्स होएगी, सेल एंड मार्केटिंग दे विच उन्हें बेनिफिट होएगा, एडवर्टाइजमेंट के थ्रू सेल करेगी, न्यू रिसर्च ते डेवलपमेंट प्रोग्राम अपनाएगी, ठीक है। एंड मैनेजरियल इकनॉमिक्स मींस मैनेजमेंट दे विच और डिसेंट्रलाइजेशन होएगी, अपने आप नु ऊपर लेके आएगी, मैनेजमेंट अच्छी होएगी, स्किल्ड होएगी, ट्रांसपोर्ट ते स्टोरेज इकनॉमिक्स का फायदा उन्हें खुद होएगा, ठीक है, अ बिग फर्म नु। एंड उस तो बाद है प्रिकॉशनरी इकनॉमिक्स, फिर एक्सटर्नल इकनॉमिक्स। एक्सटर्नल इकनॉमिक्स कहते आर दोज इकनॉमिक्स विच आर इंडस्ट्री स्पेसिफिक। ਇਹਦੇ ਵਿੱਚ ਇੰਡਸਟਰੀਜ਼ ਆਉਂਦੀਆਂ ਨੇ, ਬਹੁਤ ਸਾਰੀਆਂ ਫਰਮਸ ਆਉਂਦੀਆਂ ਨੇ। these are available to all the firms in the industries when the scale of operations in the industries as whole expands। ਕਹਿੰਦੇ ਜਦੋਂ ਰਿਟਰਨ ਟੂ ਸਕੇਲ ਅਪਣਾਇਆ ਜਾਂਦਾ ਹੈ ਸਾਰੀ ਇੰਡਸਟਰੀਜ਼ ਨੂੰ, ਜਿੰਨੀਆਂ ਵੀ ਫਰਮਸ ਨੇ ਇੰਡਸਟਰੀ ਵਿੱਚ, ਉਹਨਾਂ ਸਭ ਨੂੰ ਜਦੋਂ ਬੈਨੀਫਿਟਸ ਹੁੰਦਾ, ਦਿਸ ਇਜ਼ ਦਾ ਐਕਸਟਰਨਲ ਇਕਨੋਮਿਕਸ। ਕਹਿੰਦੇ ਜਿਵੇਂ ਕਿ ਇੱਕ ਟੈਕਨੀਕ ਲੈ ਕੇ ਆਉਂਦੀ ਕਿਸੇ ਇੱਕ ਫਰਮ ਨੇ, ਤਾਂ ਉਹਨੂੰ ਦੇਖ ਕੇ ਦੂਸਰੀਆਂ ਫਰਮਸ ਨੇ ਵੀ ਉਹੀ ਸੇਮ ਟੈਕਨੀਕ ਲੈ ਕੇ ਆਉਂਦੀ ਆ, ਤਾਂ ਦਿਸ ਇਜ਼ ਦਾ ਟੈਕਨੀਕਲ ਇੰਪਰੂਵਮੈਂਟ ਇਨ ਆਲ ਦਾ ਫਰਮਸ, ਠੀਕ ਹੈ। ਤਾਂ ਇਹਦੇ ਵਿੱਚ ਕਈ ਟਾਈਪਸ ਆਫ ਐਕਸਟਰਨਲ ਇਕਨੋਮਿਕਸ ਹੁੰਦੀਆਂ ਨੇ, ਜਿਵੇਂ ਕਿ ਕਾਰ ਓਨਰ ਹੈ, ਕਾਰ ਓਨਰ ਨੇ ਕੀ ਕੀਤਾ, ਆਪਣੀ ਕਾਰ ਦੀ ਫੈਕਟਰੀ ਲਗਾਈ ਆ, ਤਾਂ ਉਹਦੇ ਨਾਲ ਹੀ ਇੱਕ ਪੈਟਰੋਲ ਪੰਪ ਬਣ ਗਿਆ ਤੇ ਕਾਰ ਦੀ ਰਿਪੇਅਰ ਵਾਲੀਆਂ ਸ਼ਾਪਸ ਖੁੱਲ ਗਈਆਂ, ਕਿਉਂਕਿ ਕਾਰ ਦੀ ਰਿਪੇਅਰ ਦੇ ਲਈ ਸ਼ਾਪਸ ਵੀ ਚਾਹੀਦੀਆਂ ਨੇ, ਤਾਂ ਉੱਥੋਂ ਇਜ਼ੀਲੀ ਆਪਾਂ ਰਿਪੇਅਰ ਵੀ ਕਰਾ ਸਕਦੇ ਹਾਂ। ਤੇਲ ਵੀ ਪਵਾਉਣਾ ਹੈ ਤਾਂ ਪੈਟਰੋਲ ਪੰਪ ਵੀ ਕੋਲ ਤੇਲ ਵੀ ਪਵਾ ਸਕਦੇ ਹਾਂ। ਤਾਂ ਇੱਥੇ ਜਿਹੜੇ ਸੈਵਰਲ ਫਰਮਸ ਨੇ ਉਹ ਜਿਹੜਾ ਹੈ ਐਕਸਟਰਨਲ ਇਕਨੋਮਿਕਸ ਨੂੰ ਬੈਨੀਫਿਟ ਗੇਨ ਕਰਦੀਆਂ ਨੇ। ਇਕਨੋਮਿਕਸ ਆਫ ਇਨਫੋਰਮੇਸ਼ਨ ਆਏਗਾ, ਕਹਿੰਦੇ ਰਿਸਰਚ ਨਾਲ ਰਿਲੇਟਡ ਇੰਡੀਪੈਂਡੈਂਟਲੀ ਜੋ ਸਾਰੇ ਇੰਡੀਵਿਜੂਅਲਸ ਨੇ ਉਹ ਇੱਥੇ ਕੀਆ ਬੈਨੀਫਿਟ ਗੇਨ ਕਰਨਗੇ, डिफरेंट फॉर्म्स इकट्ठियां होके, ठीक है। लेकिन इतने कुछ ना कुछ कहते प्रॉब्लम्स भी आउंदियां ने, जिवें कि डिसइंटीग्रेशन की प्रॉब्लम, तां इत्थे बार कई फॉर्म्स भी इकट्ठियां होके काम नहीं करदियां, वर्टिकल डिसइंटीग्रेशन हुंदी है, हॉरिजॉन्टल डिसइंटीग्रेशन हुंदी है, ठीक है। एंड उस तो बाद की हुंदा है नैक्सट डिसइकनॉमिक्स ऑफ स्केल। कहते कई बार इंटरनल डिसइकनॉमिक्स एंड एक्सटर्नल डिसइकनॉमिक्स ਹੁੰਦੀਆਂ ਨੇ, ਕਈ ਵਾਰ ਕਹਿੰਦੇ ਪ੍ਰੋਬਲਮਸ ਵੀ ਫੇਸ ਕਰਨੀਆਂ ਪੈਂਦੀਆਂ ਨੇ ਫਰਮਸ ਨੂੰ, ਠੀਕ ਹੈ, ਸਕੇਲ ਦੇ ਕਾਰਨ ਜਦੋਂ ਸਾਰੇ ਫੈਕਟਰਸ ਆਫ ਪ੍ਰੋਡਕਸ਼ਨ ਦੇ ਵਿੱਚ ਕੀ ਕਰਦੇ ਨੇ, ਚੇਂਜ ਕਰਦੇ ਨੇ। ਤੇ ਉਸ ਤੋਂ ਬਾਅਦ ਸੀਗਾ ਆਪਣਾ ਇੱਕ variables in two change in two factor variables means two factors। ਇਹਦੇ ਵਿੱਚ ਕੀ ਹੁੰਦਾ, ਜਿਵੇਂ ਕਿ ਆਪਣੇ ਕੋਲ 3 ਫੈਕਟਰ ਆਫ ਪ੍ਰੋਡਕਸ਼ਨਸ ਨੇ, ਤਾਂ 3 ਫੈਕਟਰ ਆਫ ਪ੍ਰੋਡਕਸ਼ਨਸ ਦੇ ਵਿੱਚ ਆਪਾਂ ਕੀ ਕਰਦੇ ਆ, ਸ਼ਾਰਟ ਰਨ ਦੇ ਵਿੱਚ ਤਾਂ ਉਹਨਾਂ ਦੇ ਵਿੱਚੋਂ ਕੀ ਕਰਦੇ ਆ, ਇੱਕ ਜਿਹੜਾ ਆਪਣਾ ਫਿਕਸ ਫੈਕਟਰ ਹੁੰਦਾ ਤੇ 2 ਫੈਕਟਰਸ ਕੀ ਹੁੰਦੇ ਨੇ, ਵੇਰੀਏਬਲ ਹੁੰਦੇ ਨੇ। ਜਿਵੇਂ ਕਿ ਮੰਨ ਲਓ ਕਿ ਲੈਂਡ ਇਜ਼ ਅ ਫਿਕਸ ਫੈਕਟਰ ਐਂਡ ਲੇਬਰ ਐਂਡ ਕੈਪੀਟਲ ਇਜ਼ ਅ ਵੇਰੀਏਬਲ ਫੈਕਟਰ। ਤਾਂ 2 ਫੈਕਟਰਸ ਦੇ ਵਿੱਚ ਆਪਾਂ ਚੇਂਜ ਕਰਕੇ ਆਪਣੀ ਜਿਹੜੀ ਪ੍ਰੋਡਕਸ਼ਨ ਉਹਨੂੰ ਇਨਕਰੀਜ਼ ਕਰ ਸਕਦੇ ਹਾਂ। ਤਾਂ ਇਹਦੇ ਵਿੱਚ ਆਈਸੋਕਾਈਨਸ ਯੂਜ਼ ਕੀਤੀ ਜਾਂਦੀਆਂ ਨੇ, ਇੰਡੀਫਰੈਂਸ ਕਰਵ ਯੂਜ਼ ਕੀਤੀਆਂ ਜਾਂਦੀਆਂ ਨੇ, ਕਿਉਂਕਿ ਇੰਡੀਫਰੈਂਸ ਕਰਵ ਕੀ ਨੇ, 2 ਗੁੱਡਸ ਦੇ ਕੰਬੀਨੇਸ਼ਨਸ ਨੂੰ ਦੱਸਦੀਆਂ ਨੇ ਜਿਨ੍ਹਾਂ ਤੇ ਆਪਾਂ ਨੂੰ ਮੈਕਸਿਮਮ ਸੈਟਿਸਫੈਕਸ਼ਨ ਹੋਵੇ। ਤਾਂ ਇਹਦੇ ਵਿੱਚ ਕੀ ਹੈ, 2 ਗੁੱਡਸ ਦੇ ਵਿੱਚ ਮੀਨਸ ਕੈਪੀਟਲ ਤੇ ਲੇਬਰ ਦੀ ਰੇਸ਼ੋ ਸਾਨੂੰ ਮਿਲੇਗੀ, ਜਿਹਦੇ ਥਰੂ ਆਪਾਂ ਜਿਹੜੀ ਆਪਣੀ ਮੈਕਸਿਮਮ ਪ੍ਰੋਡਕਸ਼ਨ ਉਹਨੂੰ ਕਰ ਸਕਦੇ ਹਾਂ। ਤੇ ਇਹਦੇ ਵਿੱਚ ਵੀ ਇਨਕਰੀਜ਼ਿੰਗ ਤੇ ਡਿਕਰੀਜ਼ਿੰਗ ਰਿਟਰਨਸ ਹੋਣਗੇ। ਇਨਕਰੀਜ਼ਿੰਗ ਰਿਟਰਨਸ ਹੋਣਗੇ, 2 ਗੁੱਡਸ ਦਾ ਕੰਬੀਨੇਸ਼ਨ अच्छा रहेगा ਤਾਂ ਆਪਣੀ ਆਈਸੀ ਉੱਪਰ ਜਾਏਗੀ।
ਤਾਂ ਪ੍ਰੋਡਕਸ਼ਨ ਇਨਕਰੀਜ਼ ਹੋਏਗੀ, ਅਗਰ ਡਿਕਰੀਜ਼ਿੰਗ ਰਿਟਰਨਸ ਨੇ ਤਾਂ ਆਈਸੀ ਨੀਚੇ ਤਾਂ ਆਪਣੀ ਪ੍ਰੋਡਕਸ਼ਨ ਡਿਕਰੀਜ਼ ਹੋਏਗੀ। ਤਾਂ ਇਹ ਸੀਗਾ ਆਪਣਾ 2 ਵੇਰੀਏਬਲ ਰੇਸ਼ੋ, ਜਿਹਦੇ ਵਿੱਚ ਆਪਾਂ 2 ਵੇਰੀਏਬਲਸ ਨੂੰ ਚੇਂਜ ਕਰਕੇ ਇਹ ਤੁਹਾਨੂੰ ਮੈਂ ਦੱਸੂਗੀ। ਤਾਂ ਇਹਦੇ ਵਿੱਚ ਆਈਸੋਪੈਂਸ ਡਾਇਗਰਾਮ ਮੈਂ ਤੁਹਾਨੂੰ ਇਹ ਸਮਝਾ ਸਕਦੀ ਹਾਂ, ਇਹ ਵਾਲਾ ਕੰਸੈਪਟ। ਲੇਕਿਨ ਇਸ ਦੇ ਵਿੱਚ ਆਪਾਂ ਨੇ 1 ਵੇਰੀਏਬਲ ਵਾਲਾ ਕੰਸੈਪਟ ਦੇਖਿਆ ਹੈ, ਐਂਡ ਉਸ ਤੋਂ ਬਾਅਦ ਆਪਾਂ ਨੇ ਜਿਹੜਾ ਹੈ ਰਿਟਰਨ ਟੂ ਸਕੇਲ ਵੀ ਸਾਰੇ ਫੈਕਟਰਸ ਦੇ ਵਿੱਚ ਚੇਂਜ ਕਰਕੇ ਆਪਾਂ ਆਪਣੀ ਪ੍ਰੋਡਕਸ਼ਨ ਨੂੰ ਕਿੱਦਾਂ ਇਨਕਰੀਜ਼ ਕਰ ਸਕਦੇ ਹਾਂ, ਉਹ ਵਾਲਾ ਕੰਸੈਪਟ ਦੱਸਿਆ ਹੈ। ਤਾਂ ਇਹ ਜਿਹੜਾ ਹੈ ਦੋ ਆਪਣੇ ਸੀਗੇ ਇਹ ਮੈਥਡ, ਸ਼ਾਰਟ ਰਨ ਤੇ ਲੌਂਗ ਰਨ ਦੋਨਾਂ ਦੇ ਵਿੱਚ ਅਪਲਾਈ ਹੁੰਦੇ ਨੇ। ਸ਼ਾਰਟ ਰਨ ਦੇ ਵਿੱਚ ਰਿਟਰਨ ਟੂ ਆ ਫੈਕਟਰ, ਜਿਹਨੂੰ ਲਾਅ ਆਫ ਵੇਰੀਏਬਲ ਪ੍ਰਪੋਰਸ਼ਨ ਬੋਲਦੇ ਆ, ਉਹ ਵਾਲਾ ਅਪਲਾਈ ਹੁੰਦਾ ਹੈ, ਜਿਹਦੇ ਵਿੱਚ 1 ਵੇਰੀਏਬਲ ਦੇ ਵਿੱਚ ਚੇਂਜ ਕਰਕੇ ਆਪਾਂ ਆਪਣੀ ਜਿਹੜੀ ਪ੍ਰੋਡਕਸ਼ਨ ਉਹਨੂੰ ਇਨਕਰੀਜ਼ ਕਰ ਸਕਦੇ ਹਾਂ। ਇਹਦੇ ਵਿੱਚ 3 ਲਾਜ਼ ਆਉਂਦੇ ਨੇ ਸੇਮ, ਲਾਅ ਆਫ ਇਨਕਰੀਜ਼ਿੰਗ ਰਿਟਰਨਸ, ਲਾਅ ਤੁਸੀਂ ਦੇਖ ਸਕਦੇ ਹੋ ਫਸਟ ਇਨਕਰੀਜ਼ਿੰਗ ਰਿਟਰਨਸ ਟੂ ਅ ਫੈਕਟਰ, ਲਾਅ ਆਫ ਡਿਮਿਨਿਸ਼ਿੰਗ ਰਿਟਰਨਸ, law of diminishing returns ਜਿਹਨੂੰ ਆਪਾਂ law of increasing cost ਬੋਲਦੇ ਆ, ਐਂਡ ਸੈਕੰਡ law ਕੀ ਹੈ, law of increasing returns ਜਿਹਨੂੰ law of decreasing cost ਬੋਲਦੇ ਆ, ਐਂਡ ਥਰਡ ਇਜ਼ ਦਾ law of constant returns ਜਿਹਨੂੰ constant cost ਬੋਲਦੇ ਆ। this is the long question ਜੋ ਤੁਹਾਨੂੰ ਆ ਸਕਦਾ ਹੈ, production analysis in long run and short run, ਠੀਕ ਹੈ। this is the short run analysis with the use of 1 variable production, and next is the with all the factors ਪੈਮਾਨੇ ਤੇ ਪ੍ਰਤੀਫਲ ਦੇ ਨਿਯਮ, ਜਦੋਂ ਆਪਾਂ ਸਾਰੇ ਫੈਕਟਰਸ ਦੇ ਵਿੱਚ ਚੇਂਜ ਕਰਕੇ ਆਪਣੀ ਜਿਹੜੀ ਪ੍ਰੋਡਕਸ਼ਨ ਉਹਨੂੰ ਇਨਕਰੀਜ਼ ਕਰ ਸਕਦੇ ਹਾਂ। ਇਹਦੇ ਵਿੱਚ ਮੋਸਟਲੀ ਆਪਾਂ ਨੇ ਇਹ ਕੀਤਾ ਸੀ ਕਿ 2 ਫੈਕਟਰ ਪ੍ਰੋਡਕਸ਼ਨਸ ਨੇ, ਲੇਬਰ ਐਂਡ ਕੈਪੀਟਲਸ, ਦੋਨਾਂ ਨੂੰ ਆਪਾਂ ਇਨਕਰੀਜ਼ ਕਰਕੇ ਆਪਣੀ ਜਿਹੜੀ ਆਊਟਪੁੱਟ ਹੈ ਉਹਨੂੰ ਇਨਕਰੀਜ਼ ਕਰ ਸਕਦੇ ਹਾਂ। ਜਦੋਂ ਆਪਾਂ ਦੋਨਾਂ ਦੇ ਵਿੱਚ ਇਨਕਰੀਜ਼ ਕਰਾਂਗੇ ਤਦ ਆਪਣੇ ਜਿਹੜੇ 3 ਲਾਜ਼ ਨੇ ਅਪਲਾਈ ਹੋਣਗੇ। ਇਨਕਰੀਜ਼ਿੰਗ ਰਿਟਰਨ ਟੂ ਅ ਸਕੇਲ, ਜਿਹਦੇ ਵਿੱਚ ਆਪਣੀ ਜਿਹੜੀ ਇਨਪੁਟਸ ਦੇ ਨਾਲੋਂ ਆਊਟਪੁੱਟ ਜ਼ਿਆਦਾ ਹੋਏਗੀ, ਐਂਡ ਸੈਕੰਡ ਦੇ ਵਿੱਚ ਇਨਪੁਟਸ ਜਿੰਨੇ ਨੇ ਉਨੀ ਹੀ ਆਊਟਪੁੱਟ ਹੋਏਗੀ, ਐਂਡ ਥਰਡ ਦੇ ਵਿੱਚ ਆਊਟਪੁੱਟ ਘੱਟ ਹੋਏਗੀ ਲੇਕਿਨ ਇਨਪੁਟਸ ਆਪਾਂ ਜ਼ਿਆਦਾ ਯੂਜ਼ ਕਰ ਰਹੇ। ਜਿਹੜਾ ਚੇਂਜ ਇਨ ਆਲ ਫੈਕਟਰਸ ਹੈ ਉਹ ਜ਼ਿਆਦਾ ਹੈ ਲੇਕਿਨ ਜਿਹੜੀ ਆਊਟਪੁੱਟ ਹੈ ਉਸਦੇ ਕੰਪੈਰੀਜ਼ਨ ਘੱਟ ਹੈ। ਦਿਸ ਇਜ਼ ਲਾਅ ਆਫ ਡਿਮਿਨਿਸ਼ਿੰਗ ਰਿਟਰਨ ਟੂ ਸਕੇਲ। ਤਾਂ ਇਹ ਡਿਮਿਨਿਸ਼ਿੰਗ ਰਿਟਰਨਸ, ਇਨਕਰੀਜ਼ਿੰਗ ਰਿਟਰਨ ਤੇ ਕਾਂਸਟੈਂਟ ਰਿਟਰਨ ਟੂ ਸਕੇਲ ਦੇ ਕਹਿੰਦੇ ਕਈ ਆਪਾਂ ਨੂੰ ਬੈਨੀਫਿਟਸ ਹੋ ਸਕਦੇ ਨੇ, ਇੰਟਰਨਲ ਇਕਨੋਮਿਸਿਸ ਤੇ ਐਕਸਟਰਨਲ ਇਕਨੋਮਿਸਿਸ, ਠੀਕ ਹੈ। ਇਹਦੇ ਵਿੱਚ ਕੀ ਆ ਆਪਣੇ ਬੈਨੀਫਿਟਸ ਦੇ ਲਈ ਇਕਨੋਮਿਕਸ ਤੇ ਡਿਸਇਕਨੋਮਿਕਸ, ਇਕਨੋਮਿਕਸ ਇਜ਼ ਦਾ ਬੈਨੀਫਿਟ ਐਂਡ ਡਿਸਇਕਨੋਮਿਕਸ ਇਜ਼ ਦਾ ਡੀਮੈਰਿਟਸ। ਕਹਿੰਦੇ ਇਸਦੇ ਬੈਨੀਫਿਟਸ ਵੀ ਹੋ ਸਕਦੇ ਨੇ, ਡੀਮੈਰਿਟਸ ਵੀ ਹੋ ਸਕਦੇ ਨੇ, ਠੀਕ ਹੈ। ਕਾਫੀ ਇੰਡਸਟਰੀਜ਼ ਨੂੰ ਤਾਂ ਇਹ ਕੀ ਆ ਆਪਣੇ ਇਕੋਨਮੀ ਦੇ ਲਈ ਲਾਅ ਬੈਨੀਫਿਸ਼ੀਅਲਸ ਵੀ ਨੇ ਤੇ ਪ੍ਰੋਬਲਮੈਟਿਕ ਵੀ ਨੇ। ਤਾਂ ਦਿਸ ਇਜ਼ ਦਾ ਪ੍ਰੋਡਕਸ਼ਨ ਥਿਊਰੀ, ਜਿਹਦੇ ਵਿੱਚ ਤੁਸੀਂ ਦੇਖਿਆ ਹੈ ਕਿ ਵਿਦ ਦਾ ਹੈਲਪ ਆਫ ਵੇਰੀਏਬਲ ਫੈਕਟਰਸ ਐਂਡ ਫਿਕਸ ਫੈਕਟਰਸ ਆਪਾਂ ਆਪਣੀ ਜਿਹੜੀ ਪ੍ਰੋਡਕਸ਼ਨ ਆ ਉਹਨੂੰ ਸ਼ਾਰਟ ਤੇ ਲੌਂਗ ਰਨ ਦੇ ਵਿੱਚ ਕਿੱਦਾਂ ਇਨਕਰੀਜ਼ ਕਰ ਸਕਦੇ ਹਾਂ। ਤੇ ਇਹਦੇ ਵਿੱਚੋਂ ਆਪਣੇ ਜਿਹੜੇ ਨੇ 3 ਲੌਂਗ ਕੁਐਸਚਨਸ ਬਣਦੇ ਨੇ, ਇੱਕ ਲਾਅ ਆਫ what is the production function and concepts of TP, AP and MP ਜੋ ਆਪਾਂ ਨੇ ਦੇਖੇ ਸੀਗੇ, ਜਿਹਦੇ ਵਿੱਚ ਆਪਾਂ ਨੇ law of variable proportion ਦੇਖੇ ਸੀ, 3 phases ਦੇਖੇ ਸੀਗੇ, ਫਸਟ ਸਟੇਜ, ਸੈਕੰਡ ਸਟੇਜ ਐਂਡ ਥਰਡ ਸਟੇਜ ਦੇਖੀ ਸੀਗੀ। ਤੇ ਉਸ ਤੋਂ ਬਾਅਦ ਆਪਾਂ ਨੇ ਦੇਖਿਆ ਸੀਗਾ law of variable proportion ਦੇ ਵਿੱਚ return to a factor, 1 variable ਦੇ ਵਿੱਚ change, ਜਿਹਦੇ ਵਿੱਚ ਆਪਾਂ ਨੇ 3 ਕਨਸੈਪਟਸ ਦੇਖੇ ਸੀ। ਉਸ ਤੋਂ ਬਾਅਦ law of return to scale ਜੋ ਲਾਸਟ ਵਾਲਾ ਹੈ, ਐਂਡ ਇਸ ਤੋਂ ਇਲਾਵਾ ਕਹਿੰਦੇ ਜਿਹੜਾ law of variable proportion ਹੈ ਰਿਟਰਨ ਟੂ ਆ ਫੈਕਟਰਸ, ਉਹ ਮੋਸਟਲੀ ਐਗਰੀਕਲਚਰ ਸੈਕਟਰ ਦੇ ਵਿੱਚ ਅਪਲਾਈ ਹੁੰਦਾ ਹੈ, ਕਿਉਂਕਿ ਐਗਰੀਕਲਚਰ ਸੈਕਟਰਸ ਦੇ ਵਿੱਚ ਜਿਹੜਾ ਫਿਕਸ ਫੈਕਟਰ ਹੁੰਦਾ ਹੈ ਜਦੋਂ ਤੱਕ ਉਹਦੀ ਅੰਡਰ ਯੂਟਿਲਾਈਜੇਸ਼ਨ ਹੁੰਦੀ ਹੈ, ਮੀਨਸ ਪ੍ਰੋਪਰ ਯੂਟਿਲਾਈਜੇਸ਼ਨ ਨਹੀਂ ਹੁੰਦੀ, ਉਦੋਂ ਤੱਕ ਆਪਾਂ ਲੇਬਰ ਦੇ ਥਰੂ ਆਪਣੀ ਜਿਹੜੀ ਪ੍ਰੋਡਕਸ਼ਨ ਉਹਨੂੰ ਇਨਕਰੀਜ਼ ਕਰ ਸਕਦੇ ਹਾਂ। ਲੇਕਿਨ ਜਿੱਥੇ ਤੱਕ ਉਹਦੀ ਪ੍ਰੋਪਰ ਯੂਟਿਲਾਈਜੇਸ਼ਨ ਹੋਗੀ ਲੇਬਰ ਨੂੰ ਇਨਕਰੀਜ਼ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਨਹੀਂ ਕਰ ਸਕਦੀ। ਉੱਥੋਂ ਆਪਣੀ ਜਿਹੜੇ ਲਾਅ ਹੈ, ਲਾਅ ਆਫ ਡਿਮਿਨਿਸ਼ਿੰਗ ਰਿਟਰਨਸ ਤੇ ਇਨਕਰੀਜ਼ਿੰਗ ਕਾਸਟ ਵਾਲਾ ਲਾਅ ਹੈ ਅਪਲਾਈ ਹੋਏਗਾ। ਤਾਂ ਸੈਕੰਡ ਸਟੇਜ ਤੱਕ ਹੀ ਜਿੱਥੇ ਆਪਣੀ ਟੀ ਮੈਕਸਿਮਮ ਹੈ ਤੇ ਐਮਪੀ 0 ਆਪ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰ ਸਕਦੇ ਹਾਂ। ਇੱਥੇ ਜਿਹੜਾ ਆਪਣਾ ਟੌਪਿਕ ਹੈ ਇੱਥੇ ਹੀ ਖਤਮ ਹੁੰਦਾ ਹੈ। ਧੰਨਵਾਦ।